ਕੋਠੀ ਉਹਨਾਂ ਦੇ ਨਾਂ ਤੇ ਬੋਲਦੀ, ਆਪਾਂ ਤਾਂ ਸਿਰਫ ਇੱਕ ਚਾਬੀਆਂ ਦੇ ਕੇ ਬਿਠਾ ਦਿੱਤਾ ਜੀ ਉੱਥੇ। ਜਿਹੜੇ ਤਰੀਕੇ ਨਾਲ ਕੋਠੀ ਉਹਨਾਂ ਨੇ 2 ਨੰਬਰ ਤੇ ਚਾਬ ਦੇ ਨਾਂ ਤੇ ਕਰਾਈ ਹੋਈ ਹੈ, ਕੋਠੀ ਤਾਂ ਉਹਨਾਂ ਦੇ ਨਾਂ ਤੇ ਰਹਿ ਗਈ ਨਾ ਜੀ। ਹਾਲੇ ਤੱਕ ਕੋਠੀ ਉਹਨਾਂ ਦੇ ਨਾਮ ਤੇ ਹੀ ਆ। ਅਜੇ ਤੱਕ ਤਾਂ ਆਪਣੀ ਇੰਤਕਾਲ ਜਾਂ ਰਜਿਸਟਰੀ ਨਹੀਂ ਟੁੱਟੀ ਗਈ ਜੀ। ਬੀਬੀ ਮਾਣੂਕੇ ਦਾ ਜ਼ਿਆਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਸਰਕਾਰ ਦੇ ਉੱਤੇ, ਤੇ ਜਾਂ ਬੀਬੀ ਮਾਣੂਕੇ ਦੇ ਹੱਥ 'ਚ ਕੋਈ ਕਮਜ਼ੋਰੀਆਂ ਜੀ। ਸਾਨੂੰ ਖਤਰਾ ਜੀ ਇਹਨਾਂ ਤੋਂ। ਸਰਬਜੀਤ ਕੌਰ ਕੋਲੇ ਪਾਵਰ ਆ ਪੂਰੀ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਸਾਨੂੰ ਪੂਰਾ ਖਤਰਾ ਜੀ ਇਸ ਚੀਜ਼ ਤੋਂ। ਮੈਨੂੰ, ਮੇਰੇ ਪਰਿਵਾਰ ਨੂੰ, ਜਾਂ ਜਿਹਨੂੰ ਵੀ ਅਸੀਂ ਉੱਥੇ ਬਿਠਾਈਏ, ਕਿ ਸਾਨੂੰ ਨਹੀਂ ਪਤਾ ਇਹਨਾਂ ਨੇ ਕਿਸ ਤਰ੍ਹਾਂ ਦੇ ਉੱਥੇ ਗੁੰਡੇ ਲੈ ਕੇ ਆਉਣਾ, ਕੀ ਕਰਨਾ। ਕਰਮ ਸਿੰਘ ਦਾ ਕਹਿਣਾ ਹੈ ਵੀ ਮੈਨੂੰ ਪੈਸੇ ਦੇਣ, ਇਹ ਜੋ ਮੈਂ ਅੰਦਰ ਖਰਚਾ ਕੀਤਾ ਹੋਊਗਾ ਆਪਣੇ ਵੱਲੋਂ, ਤੋੜ ਭੰਨ ਕੀਤੀ ਜਾਂ ਸਾਰਾ ਕੁਝ, ਉਹ ਮੈਨੂੰ ਪੈਸੇ ਦੇਣਗੇ ਤਾਂ ਮੈਂ ਫੇਰ ਜਾ ਕੇ ਇਹਨਾਂ ਨਾਲ ਸਮਝੌਤਾ ਪੇਪਰਾਂ ਦੇ ਉੱਤੇ ਸਾਈਨ ਕਰਕੇ ਆਊਂਗਾ ਜੀ। ਪਹਿਲੀ ਦੇ ਉੱਤੇ ਆਇਆ ਸੀਗਾ ਕਰਮ ਸਿੰਘ, ਉਸ ਤੋਂ ਬਾਅਦ ਉਹ ਆਇਆ ਹੀ ਨਹੀਂ ਹੈ ਕਿਸੇ ਵੀ ਕੋਰਟ ਡੇਟ ਦੇ ਉੱਤੇ ਹਜੇ ਤੱਕ। 3 ਹੋ ਗਈਆਂ। ਔਰ ਕਰਮ ਸਿੰਘ ਨੂੰ ਰੋਕਣ ਵਾਲਾ ਕੌਣ ਆ, ਆਪਾਂ ਨੂੰ ਵੀ ਪਤਾ ਵੀ ਬੀਬੀ ਸਰਬਜੀਤ ਕੌਰ ਆ, ਕਿਉਂਕਿ ਉਹਦਾ ਤਾਂ ਸੱਜਾ ਬੰਦਾ ਹੈ, ਸੱਜਾ ਹੱਥ ਆ। ਤਾਂ ਫਿਰ ਲੱਗਦਾ ਪਰਮਜੀਤ ਸਿੰਘ ਜੀ ਕਿ ਚਾਬੀਆਂ ਮਿਲੀਆਂ, ਹਾਲੇ ਤੱਕ ਸਿਰਫ ਧੱਕੇ ਹੀ ਖਾ ਰਹੇ ਹੋ। ਬਿਲਕੁਲ ਜੀ, ਲੱਗਦਾ ਨਹੀਂ ਜੀ ਧੱਕੇ, ਬਿਲਕੁਲ ਸਹੀ ਗੱਲ ਆ, ਖਾ ਹੀ ਧੱਕੇ ਰਹੇ ਆ ਇਹਦੇ 'ਚ। ਸਾਨੂੰ ਇਹ ਲੱਗਦਾ ਹੁਣ ਬੀਬੀ ਮਾਣੂਕੇ ਦੇ ਵੀ ਉੱਪਰੋਂ ਵੀ ਹੱਥ ਆ ਰਿਹਾ ਹੈ। ਅਸ਼ੋਕ ਕੁਮਾਰ, ਕਰਮ ਸਿੰਘ, ਇਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ, ਬੀਬੀ ਦੇ ਉੱਤੇ ਹੋਣਾ ਚਾਹੀਦਾ, ਬੀਬੀ ਦੇ ਘਰ ਵਾਲੇ ਦੇ ਉੱਤੇ ਹੋਣਾ ਚਾਹੀਦਾ। ਇਹ ਤਾਂ ਗੱਲ ਬਹੁਤ ਦੂਰ ਦੀ ਗੱਲ ਹੈ ਜੀ। ਉਹ ਤਾਂ ਅਸ਼ੋਕ ਕੁਮਾਰ ਦੇ ਸਾਡੇ ਵੱਲੋਂ ਹਜੇ ਇਹਨਾਂ ਨੇ ਪਰਚਾ ਨਹੀਂ ਕੀਤਾ ਜੀ। ਬੀਬੀ ਨੂੰ ਹੱਥ ਅਸੀਂ ਕਿੱਥੋਂ ਪਾਵਾਂਗੇ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜਗਰਾਉਂ ਦੇ ਵਿੱਚ ਐਨਆਰਆਈ ਪਰਿਵਾਰ ਦੀ ਕੋਠੀ ਚੇਤਾ ਹੋਣਾ ਆ, ਜਿਸ ਦੀਆਂ ਚਾਬੀਆਂ ਐਨਆਰਆਈ ਪਰਿਵਾਰ ਨੂੰ ਮਿਲ ਗਈਆਂ ਸੀ, ਜਿਸ ਦੇ ਵਿੱਚ ਰਿਹਾਇਸ਼ ਬੀਬੀ ਸਰਬਜੀਤ ਕੌਰ ਮਾਣੂਕੇ ਹੋਰਾਂ ਦੀ ਸੀ। ਸਭ ਨੇ ਸੋਚਿਆ ਕਿ ਚੰਗਾ ਹੋਇਆ ਭਾਈ ਚਾਬੀਆਂ ਮਿਲ ਗਈਆਂ, ਇਨਸਾਫ ਜਿਹੜਾ ਆ ਉਹ ਪਰਿਵਾਰ ਨੂੰ ਮਿਲ ਗਿਆ, ਉਸ ਤੋਂ ਬਾਅਦ ਪਰਚਾ ਹੋਊਗਾ, ਸਭ ਕੁਝ ਸਹੀ ਹੋ ਜਾਣਾ। ਪਰ ਕਹਾਣੀ ਚਾਬੀਆਂ ਤੱਕ ਹੀ ਸੀਮਿਤ ਰਹਿ ਗਈ। ਉਸ ਤੋਂ ਬਾਅਦ ਅੱਗੇ ਕੁਝ ਹੋਇਆ ਵੀ ਨਹੀਂ। ਇਹ ਖਬਰ ਸਾਡੇ ਕੋਲੇ ਪਹੁੰਚੀ ਆ ਤਾਂ ਸੋਚਿਆ ਇਹ ਸਰੋਤਿਆਂ ਦੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ। ਤੇ ਮੇਰੇ ਨਾਲ ਪਰਮਜੀਤ ਸਿੰਘ ਹੋਰੀ ਹੋਣਗੇ, ਕੈਨੇਡਾ ਤੋਂ ਜੁੜੇ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਸਾਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੋ ਸਾਡੇ ਕੋਲੇ ਖਬਰ ਪਹੁੰਚੀ ਆ ਉਹ ਸਹੀ ਹੈ ਜਾਂ ਇਨਸਾਫ ਉਹਨਾਂ ਦੀ ਝੋਲੀ ਦੇ ਵਿੱਚ ਪੈ ਗਿਆ, ਜਾਂ ਗੱਲ ਸਿਰਫ ਚਾਬੀਆਂ ਤੇ ਹੀ ਖਲੋ ਕੇ ਰਹਿ ਗਈ। ਸਭ ਤੋਂ ਪਹਿਲਾਂ ਪਰਮਜੀਤ ਬਾਈ ਹੋਰਾਂ ਦਾ ਸਵਾਗਤ ਕਰ ਲਈ, ਉਸ ਤੋਂ ਬਾਅਦ ਅਗਲੀ ਗੱਲਬਾਤ ਵਧਾਂਗੇ। ਪਰਮਜੀਤ ਬਾਈ, ਸਵਾਗਤ ਹੈ ਆਰਐਮਬੀ ਟੈਲੀਵਿਜ਼ਨ ਤੇ ਤੁਹਾਡਾ। ਜੀ ਸਤਿ ਸ੍ਰੀ ਅਕਾਲ ਤੁਹਾਨੂੰ ਔਰ ਸਾਰੇ ਹੀ ਪ੍ਰੋਗਰਾਮ ਦੇਖਣ ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ। ਪਰਮਜੀਤ ਬਾਈ, ਸਭ ਤੋਂ ਪਹਿਲਾਂ ਤਾਂ ਇੱਕ ਗੱਲ ਤੋਂ ਪਰਦਾ ਚੁੱਕ ਦਿਓ ਕਿ ਲੋਕ ਵੀ ਹਾਲਾਂਕਿ ਉਡੀਕ ਤਾਂ ਕਰ ਰਹੇ ਹੋਣਗੇ ਕਿ ਭਾਈ ਬਣਿਆ ਕੀ, ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਕਰਦੇ ਹੋਣਗੇ ਕਿ ਬਣਿਆ ਕੀ। ਉਸ ਤੋਂ ਬਾਅਦ ਯਾਰ ਕਈ ਕਹਿੰਦੇ ਹੋਣਗੇ ਚਾਬੀਆਂ ਮਿਲ ਗਈਆਂ, ਇਨਸਾਫ ਪਰਿਵਾਰ ਨੂੰ ਮਿਲ ਗਿਆ ਤੇ ਪਰਿਵਾਰ ਕੈਨੇਡਾ ਜਾ ਕੇ ਹੁਣ ਤਾਂ ਪੂਰਾ ਖੁਸ਼ ਹੋਣਾ। ਸੁਣੀ ਜੀ, ਹਲੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਸਿਰਫ ਆਪਾਂ ਨੂੰ ਚਾਬੀਆਂ ਮਿਲੀਆਂ ਸੀ, ਉਸ ਦਿਨ ਪੋਜੈਸ਼ਨ ਮਿਲਿਆ ਸੀਗਾ ਜੋ ਸਾਰਿਆਂ ਦੇ ਸਾਹਮਣੇ ਸੀ। ਉਸ ਤੋਂ ਬਾਅਦ ਦੇ ਵਿੱਚ ਜਦੋਂ ਜਾ ਕੇ ਦੇਖਿਆ ਗਿਆ, ਉੱਥੇ ਉਹਨਾਂ ਨੇ ਕਾਫੀ ਤੋੜ ਭੰਨ ਕੀਤੀ ਹੋਈ ਸੀਗੀ। ਔਰ ਪਿੱਛੋਂ ਪਾਈਪ ਜਿਹੜੀ ਹੁੰਦੀ ਹੈ ਆਪਣੀ ਪਾਣੀ ਵਾਲੀ ਮੋਟਰ ਤੋਂ ਜਾਂਦੀ ਹੈ, ਉਹ ਵੀ ਕੱਟ ਕੇ ਨਾ ਜਗ੍ਹਾ ਤੋਂ, ਔਰ ਉਹਦੇ ਤੇ ਪਲਸਤਰ ਕਰ ਦਿੱਤਾ ਗਿਆ, ਇਹ ਵੀ ਪਤਾ ਨਾ ਲੱਗੇ ਕਿੱਥੋਂ ਕੱਟੀਆਂ ਗਈਆਂ ਪਾਈਪਸ। ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਗਏ ਸੀ ਉਹ। ਚਲੋ ਜੀ, ਉਹ ਤਾਂ ਉਹ ਸੀਗਾ। ਔਰ ਉਸ ਤੋਂ ਬਾਅਦ ਦੇ ਵਿੱਚ ਕੋਰਟ ਡੇਟਸ ਪੈ ਰਹੀਆਂ, ਔਰ ਕੋਰਟ ਡੇਟਸ ਦੇ ਉੱਤੇ ਪਹਿਲੀ ਦੇ ਉੱਤੇ ਆਇਆ ਸੀਗਾ ਕਰਮ ਸਿੰਘ, ਉਸ ਤੋਂ ਬਾਅਦ ਉਹ ਆਇਆ ਹੀ ਨਹੀਂ ਹੈ ਕਿਸੇ ਵੀ ਕੋਰਟ ਡੇਟ ਦੇ ਉੱਤੇ ਹਜੇ ਤੱਕ। 3 ਹੋ ਗਈਆਂ। ਔਰ ਅੱਜ ਜਿਹੜੀ ਸਾਡੇ ਕੋਲ ਇੱਕ ਖਬਰ ਆਈ ਹੈ ਜੀ, ਥੋੜੀ ਜੀ ਇਹ ਸੀ ਕਿ ਪਤਾ ਨਹੀਂ, ਕਹਿੰਦੇ ਸੀ ਸ਼ਾਇਦ ਉੱਥੇ ਕਿਸੇ ਦੀ ਡੈਥ ਹੋਈ ਆ, ਉਹ ਉਸ ਵਜ੍ਹਾ ਕਰਕੇ ਨਹੀਂ ਆਇਆ। ਲੇਕਿਨ ਉਹਦੇ ਕੋਲੇ, ਕਰਮ ਸਿੰਘ ਕੋਲੇ 3 ਲਾਇਰ ਹੈ ਜੀ, ਜੋ ਸਾਨੂੰ ਪਤਾ ਲੱਗਿਆ। ਉਹ ਫਿਰ ਵੀ ਨਹੀਂ ਉੱਥੇ ਸ਼ੋ ਅਪ ਕੀਤਾ। ਹੁਣ ਡੇਟ ਪਈ ਹੈ ਜੀ ਆਈ ਬਲੀਵ 11। ਹੁਣ ਉਹਦੀ ਇੰਤਜ਼ਾਰ ਕਰਾਂਗੇ ਜੀ ਉਹਦਾ। ਅੱਛਾ, ਕੀ ਖਬਰ ਮਿਲੀ ਸੀ ਕਰਮ ਸਿੰਘ ਵੱਲੋਂ ਉੜਦੀ ਆ ਕਿਉਂ ਨਹੀਂ ਰਿਹਾ? ਕਾਰਨ ਕੀ ਹੈ? ਤੁਸੀਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਰਮ ਸਿੰਘ ਭਾਈ ਆ ਕਿਉਂ ਨਹੀਂ ਰਿਹਾ? ਜਦੋਂ ਗੱਲ ਹੀ ਨਿਬੜ ਗਈ, ਉਹ ਖੁਦ ਸਾਬਤ ਕਰ ਗਿਆ, ਉਹ ਖੁਦ ਆਪਦੇ ਆਪ ਨੂੰ ਕਹਿ ਗਿਆ ਕਿ ਭਾਈ ਜੋ ਵੀ ਚੀਜ਼ ਹੋਈ ਸੀ ਉਹ ਗਲਤ ਸੀ, ਚਾਬੀਆਂ ਤੁਹਾਨੂੰ ਫੜਾਤੀਆਂ, ਪਰ ਫਿਰ ਵੀ ਆ ਕਿਉਂ ਨਹੀਂ ਰਿਹਾ? ਉਹ ਜਿਹੜੀ ਅੱਜ ਸਾਡੇ ਕੋਲੇ ਗੱਲ ਪਹੁੰਚੀ ਜੀ ਉੜਦੀ ਉਹ ਇਹ ਹੈ ਕਿ ਵੀ ਕਰਮ ਸਿੰਘ ਦਾ ਕਹਿਣਾ ਹੈ ਵੀ ਮੈਨੂੰ ਪੈਸੇ ਦੇਣ, ਇਹ ਜੋ ਮੈਂ ਅੰਦਰ ਖਰਚਾ ਕੀਤਾ ਹੋਊਗਾ ਆਪਣੇ ਵੱਲੋਂ, ਤੋੜ ਭੰਨ ਕੀਤੀ ਜਾਂ ਸਾਰਾ ਕੁਝ, ਉਹ ਮੈਨੂੰ ਪੈਸੇ ਦੇਣਗੇ ਤਾਂ ਮੈਂ ਫੇਰ ਜਾ ਕੇ ਇਹਨਾਂ ਨਾਲ ਸਮਝੌਤਾ ਪੇਪਰਾਂ ਦੇ ਉੱਤੇ ਸਾਈਨ ਕਰਕੇ ਆਊਂਗਾ ਜੀ। ਅੱਛਾ, ਵੀ ਜਿੰਨਾ ਖਰਚਾ ਮੈਂ ਕੋਠੀ ਤੇ ਕੀਤਾ, ਕਰਮ ਸਿੰਘ ਕਹਿੰਦਾ ਵੀ ਉਹ ਖਰਚਾ ਭਾਈ ਐਨਆਰਆਈ ਪਰਿਵਾਰ ਮੈਨੂੰ ਦੇਵੇ। ਬਿਲਕੁਲ ਜੀ, ਕਿ ਸਾਨੂੰ ਪਰਿਵਾਰ ਖਰਚਾ ਦੇਣ, ਔਰ ਮੈਂ ਫੇਰ ਜਾ ਕੇ ਉਹਦੇ ਤੇ ਕਰੂੰਗਾ। ਔਰ ਪਹਿਲਾਂ ਕੋਰਟ ਦੇ ਵਿੱਚੋਂ ਜਾ ਕੇ ਉਹ ਕਹਿੰਦਾ ਸੀ ਜੀ ਮੇਰੇ ਨਾਲ ਸਮਝੌਤੇ ਦਾ ਕਰੋ, ਵੀ ਲਿਖ ਕੇ ਦੇ ਦਿਓ ਵੀ ਸਾਡਾ ਕੀ ਹੁੰਦਾ ਜੀ, ਰਾਜੀਨਾਮਾ ਹੋ ਗਿਆ। ਹਾਂਜੀ, ਵੀ ਕੰਪਰੋਮਾਈਜ਼ ਹੋ ਗਿਆ ਸਾਡਾ, ਵੀ ਇਹਦੇ 'ਚ ਹੁਣ ਅਸੀਂ ਕੋਈ ਗੱਲ ਨਹੀਂ ਕਰਾਂਗੇ, ਸਾਨੂੰ ਲਿਖ ਕੇ ਦੇ ਦਿਓ। ਜਿਹਦੇ ਵਿੱਚੋਂ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿ ਵੀ ਰਾਜੀਨਾਮਾ ਨਹੀਂ ਆਪਣਾ ਹੋਇਆ, ਕਿਸੇ ਪਾਸੇ ਕੋਈ ਗੱਲ ਨਹੀਂ ਹੋਈ। ਦੇਖੋ, ਅਸੀਂ ਜੋ ਚਾਹੁੰਦੇ ਉਹਨਾਂ ਨੂੰ ਮਿਲਦੀ ਸਜ਼ਾ ਹੋਣੀ ਚਾਹੀਦੀ ਹੈ, ਔਰ ਉਹ ਸਾਡੇ ਵੱਲੋਂ ਹਜੇ ਤੱਕ ਕੋਈ ਵੀ FIR ਦਰਜ ਨਹੀਂ ਜੀ ਕੀਤੀ ਗਈ।
ਹਾਲੇ ਤੱਕ ਪਰਮਜੀਤ ਸਿੰਘ ਜੀ ਕਿਸੇ ਤਰ੍ਹਾਂ ਦੀ ਕੋਈ FIR ਦਰਜ ਹੀ ਨਹੀਂ ਹੋਈ ਕਿਸੇ ਦੇ ਉੱਪਰ ਵੀ? ਨਹੀਂ ਜੀ ਨਹੀਂ, ਅਸੀਂ 2-3 ਵਾਰ ਜਾਏ ਆ, ਪੁਲਿਸ ਸਟੇਸ਼ਨ ਵੀ ਜਾਏ ਆ, ਔਰ 10 ਤਰੀਕ ਨੂੰ 26 ਤਰੀਕ ਨੂੰ SSP ਸਾਹਿਬ ਦੇ ਆਫਿਸ ਜਾ ਕੇ ਫਿਰ ਦੁਬਾਰਾ ਕੀਤੀ ਸੀ ਐਪਲੀਕੇਸ਼ਨ ਫਾਈਲ ਇੱਕ ਕਿਸਾਨ ਜਥੇਬੰਦੀਆਂ ਦੇ ਨਾਲ, ਔਰ ਉਹਦਾ ਵੀ ਕੋਈ ਜਵਾਬ ਹੀ ਨਹੀਂ ਆਇਆ ਹਜੇ ਤੱਕ, ਕਿਸੇ ਨੇ ਕਾਲ ਬੈਕ ਹੀ ਨਹੀਂ ਕੀਤਾ। ਇੱਕ ਹੀ ਉਹਦਾ UD ਨੰਬਰ ਇਸ ਤਰ੍ਹਾਂ ਕੁਝ ਹੁੰਦਾ ਸ਼ਾਇਦ ਉੱਥੇ ਜੀ, ਉਹ ਵੀ ਨੰਬਰ ਨਹੀਂ ਮਿਲਿਆ ਜੀ ਹਜੇ ਤੱਕ, ਜਾਣੀ ਕਿ ਉਹ ਫਾਈਲ ਵੀ ਨਹੀਂ ਅੱਗੇ ਤੋਰੀ। ਮੈਨੂੰ ਲੱਗਦਾ SSP ਸਾਹਿਬ ਨੇ ਫੜ ਕੇ ਆਪਣੇ ਟੇਬਲ ਤੇ ਰੱਖੀ ਹੋਣੀ ਹੈ, ਸ਼ਾਇਦ ਉਹਨਾਂ ਨੇ ਉਹ ਵੀ ਨਾ ਰੱਖੀ ਹੋਵੇ, ਟੇਬਲ ਤੇ ਵੀ ਨਾ ਹੋਵੇ ਉਹਨਾਂ ਦੇ। ਅੱਛਾ, ਪਰ ਕਰਮ ਸਿੰਘ ਸਮਝੌਤੇ ਦੇ ਲਈ ਕਿਉਂ ਕਹਿ ਰਿਹਾ ਸੀ ਰਾਜੀਨਾਮੇ? ਉਹ ਕਿਉਂ ਇੰਨੀ ਮਤਲਬ ਪ੍ਰੈਸ਼ਰ ਪਾ ਰਿਹਾ ਸੀ ਕਿ ਰਾਜੀਨਾਮੇ ਦੇ ਲਈ ਤੁਸੀਂ ਅਦਾਲਤ ਦੇ ਵਿੱਚ ਲਿਖ ਕੇ ਦਿਓ? ਕਰਮ ਸਿੰਘ ਦਾ ਕਹਿਣਾ ਇਹ ਸੀਗਾ ਜੀ ਕਿ ਵੀ ਜੇ ਲਿਖ ਕੇ ਦੇਣਗੇ ਤੇ ਮੁੜ ਕੇ ਸਾਡੇ ਤੇ ਕੇਸ ਨਹੀਂ ਹੋਊਗਾ ਕੋਈ। ਓਕੇ, ਤਾਂ ਉਹਦਾ ਇਹ ਸੀ ਮੈਂ ਇੱਕ ਵਾਰੀ ਪਾਸੇ ਹੋ ਜਾ। ਬਿਲਕੁਲ ਜੀ, ਬਿਲਕੁਲ। ਔਰ ਜਿਹਦੇ ਵਿੱਚ ਆਪਾਂ ਹਮੇਸ਼ਾ ਇਹ ਕਹਿੰਦੇ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ। ਅੱਛਾ, ਇਹ ਹਾਲਾਂਕਿ ਤੁਹਾਡੇ ਕੋਲ ਉੜਦੀ ਖਬਰ ਆਈ ਆ, ਪਰ ਪੈਸੇ ਤੁਹਾਡੇ ਤੋਂ ਕਿਉਂ ਭਾਲ ਰਿਹਾ? ਉਹਨੇ ਕਿਹੜਾ ਤੁਹਾਨੂੰ ਪੁੱਛ ਕੇ ਜਿਹੜਾ ਹੈਗਾ ਉੱਥੇ ਕੰਸਟਰਕਸ਼ਨ ਕੀਤੀ ਸੀ, ਤੁਹਾਡੇ ਤੋਂ ਪੈਸੇ ਕਿਉਂ ਭਾਲ ਰਿਹਾ ਉਹ? ਇਹ ਸਮਝ ਨਹੀਂ ਜੀ ਆ ਰਹੀ। ਪਿੱਛੇ ਸਾਰੇ ਤੋੜ ਭੰਨ ਕੀਤੀ ਹੋਈ ਹੈ, ਕੋਠੀ ਦੇ ਅੰਦਰ ਕਾਫੀ ਕੁਝ ਕੀਤਾ ਹੋਇਆ। ਜਿਹੜਾ ਸਾਡਾ ਸਮਾਨ ਲੈ ਕੇ ਗਏ ਹੋਏ ਆ ਉਹਦੇ ਪੈਸੇ ਕੌਣ ਭਰੂਗਾ? ਜਿਹੜਾ ਅਸੀਂ ਇੱਥੋਂ ਗਏ ਆ ਉੱਥੇ ਇੰਡੀਆ ਦੇ ਵਿੱਚ ਖਰਚਾ ਕਰਕੇ, ਉਹਦੇ ਪੈਸੇ ਕੌਣ ਭਰੂਗਾ? ਜੋ ਵਕੀਲਾਂ ਦੇ ਉੱਤੇ ਹੁਣ ਖਰਚਾ ਹੋਣਾ ਸ਼ੁਰੂ ਹੋ ਗਿਆ, ਉਹਦੇ ਪੈਸੇ ਕੌਣ ਭਰੂਗਾ ਜੀ? ਜੋ ਖੱਜਲ ਖਵਾਰੀ ਹੋਈ ਆ ਉਹਦਾ ਕੀ ਹੋਊਗਾ? ਤਾਂ ਫਿਰ ਕਰਮ ਸਿੰਘ ਇਸ ਚੀਜ਼ ਤੇ ਤਾਂ ਉਹਨੂੰ ਇੰਨੀ ਚੀਜ਼ ਤਾਂ ਸੋਚਣੀ ਚਾਹੀਦੀ ਹੈ ਨਾ ਜੀ। ਅੱਛਾ, ਉੱਦਾਂ ਪਰਸਨਲੀ ਤੌਰ ਤੇ ਨਹੀਂ ਗੱਲਬਾਤ ਹੋਈ ਕਰਮ ਸਿੰਘ ਦੇ ਨਾਲ? ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਤੁਸੀਂ ਉਹਦੇ ਨਾਲ ਕੀਤਾ ਹੋਵੇ ਕਿ ਭਾਈ ਹੁਣ ਖੱਜਲ ਖੁਆਰੀ ਕਿਉਂ ਕਰ ਰਿਹਾ ਤੂੰ? ਆਪ ਤਾਂ ਆਪਦੇ ਆਪ ਨੂੰ ਦੋਸ਼ੀ ਕਰਾਰ ਮੰਨ ਗਿਆ, ਚਾਬੀਆਂ ਤੂੰ ਪੁਲਿਸ ਦੇ ਸਾਹਮਣੇ ਸਾਨੂੰ ਦੇ ਦਿੱਤੀਆਂ, ਖੁਦ ਤੂੰ ਜਿਹੜਾ ਹਲਫੀਆ ਬਿਆਨ ਜਿਹੜਾ ਆਪਦਾ ਦਿੱਤਾ ਹੈ ਜਿਹਦੇ ਵਿੱਚ ਤੂੰ ਕਿਹਾ ਕਿ ਭਾਈ ਜੋ ਵੀ ਚੀਜ਼ ਹੋਈ ਸੀ ਉਹ ਗਲਤ ਸੀ, ਹੁਣ ਕਿਉਂ ਤੂੰ ਖੱਜਲ ਖੁਆਰੀ ਕਰ ਰਿਹਾ? ਨਹੀਂ ਜੀ, ਪਰਸਨਲੀ ਕੰਟੈਕਟ ਅਸੀਂ ਵੀ ਨਹੀਂ ਟਰਾਈ ਕੀਤੀ ਹੈ, ਮੈਂ ਤੁਹਾਨੂੰ ਝੂਠ ਬੋਲਾਂ, ਔਰ ਉਧਰੋਂ ਤਾਂ ਬਿਲਕੁਲ ਨਹੀਂ ਹੋਏਗੀ, ਅਸੀਂ ਵੀ ਨਹੀਂ ਕੀਤੀ। ਲੇਕਿਨ ਹਾਂ, ਜਿਹੜੇ ਜਿਸ ਤਰ੍ਹਾਂ ਵਿੱਚ ਮੋਹਤਵਾਰ ਬੰਦੇ ਆਪਣੇ ਵਿੱਚ ਪਏ ਹੋਏ ਸੀਗੇ, ਉਹਨਾਂ ਨੇ ਟਰਾਈ ਕੀਤੀ ਆ ਕੰਟੈਕਟ ਕਰਨ ਦੀ, ਲੇਕਿਨ ਅੱਗੋਂ ਉਹਨਾਂ ਵੱਲੋਂ ਜਵਾਬ ਨਹੀਂ ਆਇਆ ਜੀ। ਕਰਮ ਸਿੰਘ ਵੱਲੋਂ, ਕਰਮ ਸਿੰਘ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ? ਬਿਲਕੁਲ ਜੀ। ਬੀਬੀ ਸਰਬਜੀਤ ਕੌਰ ਨੇ ਵੀ ਮੈਨੂੰ ਲੱਗਦਾ 1-2 ਬੰਦਿਆਂ ਨੇ ਕੰਟੈਕਟ ਕਰਨ ਦੀ ਟਰਾਈ ਕੀਤੀ ਆ ਵੀ ਤੁਸੀਂ ਇਹ ਜਿਹੜਾ ਕੰਮ ਹੋ ਰਿਹਾ ਇਹਨੂੰ ਜਲਦੀ ਨਿਬੇੜਨ ਦੀ ਕੋਸ਼ਿਸ਼ ਕਰੋ ਜਾਂ ਜਲਦੀ ਖਤਮ ਕਰਵਾ ਦਿਓ। ਉਧਰੋਂ ਵੀ ਕੋਈ ਜਵਾਬ ਨਹੀਂ ਜੀ ਆਇਆ ਹੋਇਆ, ਉਧਰੋਂ ਵੀ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਆਇਆ ਜੀ। ਅੱਛਾ, ਕੀ ਕਾਰਨ ਮੰਨਦੇ ਹੋ? ਕਿਉਂ ਦੇਰੀ ਹੋ ਰਹੀ ਆ? ਕਿਉਂ ਹੋ ਰਹੀ ਆ ਦੇਰੀ? ਕਾਰਨ ਕੀ ਮੰਨਦੇ ਹੋ? ਕਾਰਨ ਗਵਰਨਮੈਂਟ ਆ ਜੀ, ਉਹਨਾਂ ਦੀ ਬੀਬੀ ਸਰਬਜੀਤ ਕੌਰ ਦਾ ਪੂਰਾ ਜ਼ੋਰ ਆ। ਇਹ ਦੇਖੋ, ਫਿਰ ਆਪਾਂ ਪਹਿਲਾਂ ਸ਼ੁਰੂਆਤ ਇਹੀ ਗੱਲ ਸੀ, ਹੁਣ ਉੱਥੇ ਗੱਲ ਤੇ ਫੇਰ ਆਉਂਦੇ ਆ ਕਿ ਇਹ ਬਿਨਾਂ ਸਰਬਜੀਤ ਕੌਰ, ਬਿਨਾਂ ਆਮ ਆਦਮੀ ਪਾਰਟੀ ਦੇ ਸਪੋਰਟ ਦੇ ਇਹ ਕੰਮ ਨਹੀਂ ਹੋ ਸਕਦਾ। ਇਹ ਸਾਰਾ ਕੰਮ ਹੀ ਬੀਬੀ ਸਰਬਜੀਤ ਕੌਰ ਦੇ ਡਾਇਰੈਕਸ਼ਨ ਦੇ ਥੱਲੇ ਹੋ ਰਿਹਾ, ਔਰ ਉਹ ਜੋ ਵੀ ਇੰਡੀਆ ਦਾ ਸਿਸਟਮ ਆਪਾਂ ਨੂੰ ਪਤਾ ਜੀ ਕਿਸ ਤਰੀਕੇ ਨਾਲ ਚੱਲਦਾ ਹੈ, ਔਰ MLA ਕਾਫੀ ਪਾਵਰ ਹੋਲਡ ਰੱਖਦੇ ਆ ਜੀ ਉੱਥੇ, ਔਰ ਖਾਸ ਤੌਰ ਤੇ ਬੀਬੀ ਸਰਬਜੀਤ ਕੌਰ ਦੇ ਬਾਰੇ ਤਾਂ ਸਾਰੇ ਹੀ ਜਾਣਦੇ ਆ, ਹਲਕਾ ਪੂਰਾ ਜਗਰਾਉਂ ਕਿ ਕਿਸ ਤਰ੍ਹਾਂ ਦੀ ਪਾਵਰ ਹੋਲਡ ਕਰਦੇ ਔਰ ਕੀ ਕਰਦੇ ਆ, ਇਹ ਕੰਮ ਇਹਨਾਂ ਦੇ ਕੀ ਆ। ਅਗਰ ਉਹਦੇ ਵਿੱਚ ਇਹ ਚੀਜ਼ ਨੂੰ ਇਸ ਤਰ੍ਹਾਂ ਹੀ ਕਰੀ ਜਾਣਗੇ ਨਾ, ਕੰਮ ਲੰਮਾ ਵਧਾ ਰਿਹਾ, ਇਹਨਾਂ ਦਾ ਮਤਲਬ ਕਹਿਣ ਦੇ ਇਹ ਹੋਣਾ ਕਿ ਵੀ NRI ਪਰਿਵਾਰ ਹੈਗਾ ਇੱਥੇ, ਥੋੜੀ ਦੇਰ ਰਹਿਣਗੇ ਚਲੇ ਜਾਣਗੇ। ਹਾਂਜੀ, ਅਗਰ ਕਾਗਜ਼ ਪੱਤਰ ਮੇਰੀ ਮਾਤਾ ਦੇ ਨਾਮ ਤੇ ਨਹੀਂ ਹੁੰਦੇ, ਇਹਦਾ ਮਤਲਬ ਜਿਹੜੇ ਤਰੀਕੇ ਨਾਲ ਕੋਠੀ ਉਹਨਾਂ ਨੇ 2 ਨੰਬਰ ਤੇ ਆਪਦੇ ਨਾਂ ਤੇ ਕਰਾਈ ਹੋਈ ਹੈ, ਕੋਠੀ ਤਾਂ ਉਹਨਾਂ ਦੇ ਨਾਂ ਤੇ ਰਹਿ ਗਈ ਨਾ ਜੀ। ਹਾਲੇ ਤੱਕ ਕੋਠੀ ਉਹਨਾਂ ਦੇ ਨਾਮ ਤੇ ਹੀ ਆ? ਬਿਲਕੁਲ, ਕੋਠੀ ਉਹਨਾਂ ਦੇ ਨਾਮ ਤੇ ਆ। ਅਜੇ ਤੱਕ ਤਾਂ ਉਹ ਕੀ ਹੁੰਦੀ ਆ, ਉਹ ਆਪਣੀ ਇੰਤਕਾਲ ਜਾਂ ਰਜਿਸਟਰੀ ਨਹੀਂ ਟੁੱਟੀ ਗਈ ਜੀ। ਅੱਛਾ, ਉਹ ਵੀ ਟੁੱਟੀ ਹਾਲੇ ਤੱਕ? ਫਰਦ ਹੁਣ ਕਰਮ ਸਿੰਘ ਦੇ ਨਾਂ ਤੇ ਬੋਲਦੀ ਆ ਪਰਮਜੀਤ ਸਿੰਘ ਜੀ ਫਿਰ ਤਾਂ? ਬਿਲਕੁਲ ਜੀ, ਬਿਲਕੁਲ। ਕੋਠੀ ਉਹਨਾਂ ਦੇ ਨਾਂ ਤੇ ਬੋਲਦੀ, ਆਪਾਂ ਤਾਂ ਸਿਰਫ ਇੱਕ ਚਾਬੀਆਂ ਦੇ ਕੇ ਬਿਠਾ ਦਿੱਤਾ ਜੀ ਉੱਥੇ। ਤਾਂ ਫਿਰ ਕੀ ਲੱਗਦਾ ਕਿ ਜਦੋਂ ਇੰਨਾ ਪ੍ਰੈਸ਼ਰ ਪਿਆ, ਉਸ ਤੋਂ ਬਾਅਦ ਮੀਡੀਆ ਦਾ ਪ੍ਰੈਸ਼ਰ ਪਿਆ, ਜਥੇਬੰਦੀਆਂ ਦਾ ਪ੍ਰੈਸ਼ਰ ਪਿਆ, ਕੀ ਲੱਗਦਾ ਕਿ ਸਿਰਫ ਇੱਕ ਲੋਕ ਦਿਖਾਵਾ ਕੀਤਾ ਗਿਆ ਚਾਬੀਆਂ ਦੇ ਕੇ ਕਿ ਭਾਈ ਅਸੀਂ ਹੱਕ ਜਿਹੜਾ ਹੈਗਾ NRI ਪਰਿਵਾਰ ਦਾ NRI ਪਰਿਵਾਰ ਨੂੰ ਦੇਤਾ? ਬਿਲਕੁਲ ਜੀ, ਜੋ ਦੇਖਣ ਨੂੰ ਹੁਣ ਇਹ ਲੱਗ ਰਿਹਾ ਹੋਇਆ ਜੀ ਕਿ ਜਿੰਨਾ ਵੀ ਪ੍ਰੈਸ਼ਰ ਬਾਹਰੋਂ ਆਪਣਾ NRI ਭੈਣ ਭਰਾਵਾਂ ਤੋਂ ਪਿਆ, ਸੋਸ਼ਲ ਆਪਣੇ ਮੀਡੀਆ ਦੇ ਉੱਤੋਂ ਪਿਆ, ਜੋ ਨਾਲ ਜਥੇਬੰਦੀਆਂ ਖੜੀਆਂ ਸੀ ਉਹ ਸੀਗੇ ਸਾਰੇ, ਜਿਸ ਤਰ੍ਹਾਂ ਮਾਨਕ ਗੋਇਲ ਸੀਗੇ, ਕਿਸਾਨ ਜਥੇਬੰਦੀਆਂ ਸੀਗੀਆਂ, ਔਰ ਸੁਖਪਾਲ ਸਿੰਘ ਖਹਿਰਾ ਸੀਗੇ, ਜਿੰਨਾ ਵੀ ਇਹਨਾਂ ਨੇ ਪ੍ਰੈਸ਼ਰ ਬਿਲਡ ਅਪ ਕੀਤਾ ਕੰਪਲੀਟ ਸਾਰਿਆਂ ਨੇ, ਜਿਹਦੇ ਵਿੱਚ ਲੱਖਾ ਸਿਧਾਣਾ ਵੀ ਆਇਆ ਸੀ, ਔਰ ਉਸ ਪ੍ਰੈਸ਼ਰ ਨੂੰ ਦੇਖ ਕੇ ਇਹਨਾਂ ਨੇ ਠੰਡੇ ਕਰਨ ਦੀ ਕੋਸ਼ਿਸ਼ ਕੀਤੀ ਉਹ ਟਾਈਮ। ਹਾਂਜੀ, ਔਰ ਜਿਹਨੂੰ ਪ੍ਰੋਪਰ ਪੋਲਿਟਿਕਸ ਕਿਹਾ ਜਾਂਦਾ, ਆਈ ਗੈਸ ਇਹਨਾਂ ਨੇ ਉਹ ਪਲੇ ਕੀਤੀ ਹੈ ਜੀ, ਪ੍ਰੋਪਰ। ਅੱਛਾ,
ਇੰਨੇ ਦਿਨ ਤਾਂ ਵੈਸੇ ਵੀ ਜੇ ਰਜਿਸਟਰੀ ਤੋੜਨੀ ਜੇਕਰ ਚਾਹਣ ਤਾਂ ਕਿਉਂਕਿ ਇੰਨੀਆਂ ਤਾਂ ਸ਼ਾਇਦ ਵਿਚਕਾਰ ਕੋਈ ਛੁੱਟੀਆਂ ਵੀ ਨਹੀਂ ਆਈਆਂ ਕਿ ਭਾਈ ਕਦੇ ਤਹਿਸੀਲਦਾਰ ਨਹੀਂ ਬੈਠਾ ਜਾਂ ਕਦੇ ਪਟਵਾਰੀ ਜਾਂ ਕਦੇ ਨੰਬਰਦਾਰ, ਇੰਨਾ ਤਾਂ ਦਿਨ ਲੱਗਦੇ ਨਹੀਂ, ਦਿਨ ਤਾਂ ਬੜੇ ਥੋੜੇ ਲੱਗਣੇ ਸੀ। ਮਤਲਬ ਚਾਬੀ ਮਿਲਣੀ ਨੂੰ ਤਾਂ ਦਿਨ ਹੀ ਬਹੁਤ ਹੋ ਗਏ। ਬਿਲਕੁਲ ਜੀ, ਚਾਬੀ ਆਪਾਂ ਨੂੰ 21 ਤਰੀਕ ਨੂੰ ਚਾਬੀ ਮਿਲ ਗਈ ਸੀ, ਔਰ ਅੱਜ ਦੇਖ ਲਓ ਤੁਸੀਂ। ਔਰ ਹਲੇ ਤੱਕ ਵੀ SDM ਮੈਡਮ ਕੋਲੇ ਵੀ ਐਪਲੀਕੇਸ਼ਨ ਪਾਈ ਸੀਗੀ ਕਿ ਵੀ ਉਹ ਜਿਹੜੀ ਆਪਣੀ ਹੁੰਦੀ ਆ ਇੰਤਕਾਲ ਤੋੜਨ ਦੀ ਜੀ, ਉਹ ਕਹਿੰਦੇ ਅਸੀਂ ਕਰਮ ਸਿੰਘ ਨੂੰ ਬੁਲਾਵਾਂਗੇ। ਕਰਮ ਸਿੰਘ ਉੱਥੇ ਵੀ ਨਹੀਂ ਪੇਸ਼ ਹੋਇਆ, ਔਰ ਇਹ ਕੋਰਟ 'ਚ ਵੀ ਨਹੀਂ ਆ ਰਿਹਾ। ਮਤਲਬ ਕਰਮ ਸਿੰਘ ਸਾਹਮਣੇ ਨਹੀਂ ਆ ਰਿਹਾ ਕਿਸੇ ਪਾਸੇ ਹਲੇ ਤੱਕ ਕਰਮ ਸਿੰਘ ਨਹੀਂ ਜਾ ਰਿਹਾ ਜੀ। ਔਰ ਕਰਮ ਸਿੰਘ ਨੂੰ ਰੋਕਣ ਵਾਲਾ ਕੌਣ ਆ, ਆਪਾਂ ਨੂੰ ਵੀ ਪਤਾ ਵੀ ਬੀਬੀ ਸਰਬਜੀਤ ਕੌਰ ਆ, ਕਿਉਂਕਿ ਉਹਦਾ ਤਾਂ ਸੱਜਾ ਬੰਦਾ ਹੈ, ਸੱਜਾ ਹੱਥ ਆ। ਹਾਂਜੀ। ਅੱਛਾ, ਫਿਰ ਤੁਸੀਂ ਜਿਵੇਂ ਹੁਣ ਤੁਸੀਂ ਗੱਲ ਹਾਲਾਂਕਿ ਪਹਿਲਾਂ ਵੀ ਕਹਿ ਰਹੇ ਸੀ, ਹੁਣ ਵੀ ਕਹਿ ਰਹੇ ਹੋ ਕਿ ਬੀਬੀ ਮਾਣੂਕੇ ਹੋਰਾਂ ਦਾ ਹੱਥ ਆ। ਬੀਬੀ ਮਾਣੂਕੇ ਹੋਰਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦੀ ਕੋਈ ਤੁਸੀਂ ਦਰਖਾਸਤ ਦਿੱਤੀ, ਕੋਈ ਐਪਲੀਕੇਸ਼ਨ ਦਿੱਤੀ ਕਿ ਭਾਈ ਇਹਨਾਂ ਦੇ ਉੱਪਰ ਕਾਰਵਾਈ ਹੋਵੇ? ਅਸੀਂ ਵੀ ਜੀ ਪਹਿਲੀ FIR ਸਾਡੀ ਜਿਹੜੀ ਸੀਗੀ ਉਹ ਬੀਬੀ ਮਾਣੂਕੇ ਦੇ ਨਾਮ ਤੇ ਸੀ, ਕਿਉਂਕਿ ਸਾਨੂੰ ਬਾਕੀ ਹੋਰ ਕਿਸੇ ਦਾ ਪਤਾ ਹੀ ਨਹੀਂ ਸੀ। ਹਾਂਜੀ। ਇਹ ਤਾਂ ਜਦੋਂ ਬੀਬੀ ਮਾਣੂਕੇ ਨੇ ਵਿੱਚ ਹੋਰ ਪਲੇਅਰ ਐਡ ਆਨ ਕੀਤੇ ਤਾਸ਼ ਦੇ ਪੱਤੇ ਵਾਂਗੂ, ਉਸ ਤੋਂ ਬਾਅਦ ਉਹ ਐਡ ਆਨ ਹੋਏ। ਸਾਰਿਆਂ ਦਾ ਨਾਮ ਦਿੱਤਾ ਹੋਇਆ ਜੀ। ਅਸੀਂ ਜਿਹੜੀ ਸੈਕੰਡ ਐਪਲੀਕੇਸ਼ਨ ਪਾਈ ਉਹਦੇ ਸਾਰਿਆਂ ਦਾ ਨਾਮ ਹੈ ਜੀ, ਇਨਕਲੂਡਿੰਗ ਆਪਣੇ ਬੀਬੀ ਮਾਣੂਕੇ ਦਾ ਟੌਪ ਦੇ ਉੱਤੇ ਆ, ਉਹਦੇ ਘਰ ਵਾਲੇ ਦਾ ਕਰਮ ਸਿੰਘ, ਅਸ਼ੋਕ ਕੁਮਾਰ, ਤਹਿਸੀਲਦਾਰ, ਪਟਵਾਰੀ, ਕਾਂਗੋ, ਤੁਸੀਂ ਨਾਮ ਲਓ ਜੀ। ਜਿਹੜਾ ਬੰਦਾ ਇਸ ਚੀਜ਼ ਦੇ 'ਚ ਇਨਵੋਲਵ ਹੋਣਾ ਚਾਹੀਦਾ, ਅਸੀਂ ਸਾਰਿਆਂ ਦੇ ਨਾਮ ਉਹਦੇ 'ਚ ਕਿਹਾ ਜੀ। ਇਹ 'ਚ ਹਰ ਬੰਦੇ ਦੇ ਉੱਤੇ FIR ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਵਾਲਿਆਂ ਦੇ ਨਾਲ ਉਸ ਤੋਂ ਬਾਅਦ ਰਾਬਤਾ ਨਹੀਂ ਹੋਇਆ? ਕਿਉਂਕਿ ਜਿਨ੍ਹਾਂ ਨੇ ਤੁਸੀਂ ਹਾਲਾਂਕਿ ਧੰਨਵਾਦ ਵੀ ਕੀਤਾ ਸੀ, ਜਿਨ੍ਹਾਂ ਵੱਲੋਂ ਤੁਹਾਡਾ ਸਹਿਯੋਗ ਕੀਤਾ ਗਿਆ ਸੀ ਚਾਬੀਆਂ ਦੇਣ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਦੇ ਨਾਲ ਰਾਬਤਾ ਕਰਕੇ ਇੱਕ ਵਾਰ ਦੇਖ ਲੈਣਾ ਸੀ, ਉਹਨਾਂ ਨੂੰ ਦੱਸ ਦੇਣਾ ਸੀ। ਹੋ ਸਕਦਾ ਉਹਨਾਂ ਤੱਕ ਹਾਲੇ ਤੱਕ ਗੱਲ ਨਾ ਪਹੁੰਚੀ ਹੋਵੇ, ਕਿ ਉਹਨਾਂ ਨੂੰ ਤਾਂ ਇਹ ਹੋਣਾ ਕਿ ਚਾਬੀਆਂ ਮਿਲ ਗਈਆਂ ਬਸ ਓਕੇ ਆ। ਉਹਨਾਂ ਤੱਕ ਉਸ ਤੋਂ ਬਾਅਦ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਸਾਨੂੰ ਸਿਰਫ ਚਾਬੀਆਂ ਮਿਲੀਆਂ, ਘਰ ਹਾਲੇ ਤੱਕ ਵੀ ਕਰਮ ਸਿੰਘ ਦੇ ਨਾਮ ਤੇ ਹੀ ਬੋਲੀ ਜਾਂਦਾ। ਬਿਲਕੁਲ ਕਿਹਾ ਜੀ ਉਹਨਾਂ ਨੂੰ। ਉਹਨਾਂ ਤੱਕ ਅਸੀਂ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਵੀ ਸਾਡੇ ਉਹ ਮੀਨ ਸੀਗੇ ਅੱਗੇ ਪਹੁੰਚਾਏ ਸੀਗੇ ਜੀ, ਕਿ ਦੇਖੋ ਹਜੇ ਤੱਕ ਸਾਡਾ ਕੁਝ ਨਹੀਂ ਹੋਇਆਗਾ, ਸਾਡੇ ਸਿਰਫ ਗੇੜੇ ਲੱਗ ਰਹੇ ਆ ਔਰ ਘਮਾਇਆ ਜਾ ਰਿਹਾ, ਸਾਨੂੰ ਹੋਰ ਕੁਝ ਨਹੀਂ ਹੋ ਰਿਹਾ। ਇਹਦਾ ਤੁਸੀਂ ਉਸ ਦਿਨ ਤਾਂ ਸਾਨੂੰ ਇਸ ਚੀਜ਼ ਦਾ ਕਿਹਾ ਗਿਆ ਸੀ ਵੀ ਬਹੁਤ ਜਲਦੀ ਅਸੀਂ ਇਹਦਾ ਹੱਲ ਕਰ ਦਾਂਗੇ, ਥੋੜਾ ਕੁਝ ਤੁਹਾਡੇ ਨਾਂ ਤੇ ਹੋ ਜਾਊਗਾ। ਹਲੇ ਤੱਕ ਕੁਝ ਵੀ ਨਹੀਂ ਹੋਇਆ ਜੀ ਉਸ ਚੀਜ਼ ਨੂੰ ਲੈ ਕੇ। ਤਾਂ ਫਿਰ ਲੱਗਦਾ ਪਰਮਜੀਤ ਸਿੰਘ ਜੀ ਕਿ ਚਾਬੀਆਂ ਮਿਲੀਆਂ, ਹਾਲੇ ਤੱਕ ਸਿਰਫ ਧੱਕੇ ਹੀ ਖਾ ਰਹੇ ਹੋ? ਬਿਲਕੁਲ ਜੀ, ਲੱਗਦਾ ਨਹੀਂ ਜੀ ਇਹ ਬਿਲਕੁਲ ਸਹੀ ਗੱਲ ਆ, ਖਾ ਹੀ ਧੱਕੇ ਰਹੇ ਆ ਇਹਦੇ 'ਚ ਹੋਰ ਕੋਈ ਗੱਲ ਹੀ ਨਹੀਂ ਹੋ ਸਕਦੀ, ਕਿਉਂਕਿ ਇੱਕ ਘਮਾਇਆ ਜਾ ਰਿਹਾ ਜੀ। ਸਿਰਫ ਜਿੱਦਾਂ ਪ੍ਰਵਾਸੀ ਆਉਣੇ ਆ ਅਸੀਂ ਇੱਥੇ ਵਿਦੇਸ਼ਾਂ ਤੋਂ, ਸਾਨੂੰ ਇਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ ਹੈ ਜੀ। ਬਿਲਕੁਲ। ਲੇਕਿਨ ਫਿਰ ਵੀ ਇੰਨਾ ਟਾਈਮ ਅਸੀਂ ਕੱਢ ਰਹੇ ਹਾਂ ਉੱਥੇ ਇਸ ਚੀਜ਼ ਲਈ। ਬਾਕੀ ਹੋਰ ਮੇਰੇ ਭੈਣ ਭਰਾ ਤਾਂ ਕਈਆਂ ਨੂੰ ਛੇਤੀ ਮੁੜਨਾ ਪੈਂਦਾ, ਕਿਉਂਕਿ ਸਾਡਾ ਬਾਹਰ ਵੀ ਕੰਮ ਹੁੰਦਾ, ਆਪਣੇ ਬਾਹਰ ਘਰ ਲਏ ਹੁੰਦੇ, ਨਹੀਂ ਤਾਂ ਉਹ ਜਾਂਦੇ ਆ। ਇੰਡੀਆ ਵਾਲਾ ਹਾਲ ਤਾਂ ਹੈ ਨਹੀਂਗਾ ਜੀ ਆਪਣਾ। ਅੱਛਾ, ਪੁਲਿਸ ਪ੍ਰਸ਼ਾਸਨ ਤੋਂ ਸਹਿਯੋਗ ਕਿਸ ਤਰ੍ਹਾਂ ਦਾ ਮਿਲ ਰਿਹਾ? ਕਿ ਉਸ ਦਿਨ ਜਿਸ ਤਰ੍ਹਾਂ ਦੇ ਨਾਲ ਅਸੀਂ ਵੀ ਕਵਰੇਜ ਕਰਨ ਪਹੁੰਚੇ ਸੀ ਤਾਂ ਪੁਲਿਸ ਪ੍ਰਸ਼ਾਸਨ ਨੇ ਬੜਾ ਵਧੀਆ ਸਹਿਯੋਗ ਕੀਤਾ ਸੀ। ਉਹ ਕਹਿ ਰਹੇ ਸੀ ਕਿ ਮਤਲਬ ਅਸੀਂ ਜਿਹੜਾ ਹੈਗਾ ਇਨਸਾਫ ਉਹ ਪਰਿਵਾਰ ਨੂੰ ਦਵਾਇਆ। ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਜਿਹੜਾ ਉਹ ਕਿਸ ਤਰ੍ਹਾਂ ਦਾ ਤੁਹਾਨੂੰ ਮਿਲ ਰਿਹਾ? ਦੇਖ ਲਓ ਜੀ, ਹਲੇ ਤੱਕ ਤਾਂ ਪਰਚਾ ਤਾਂ ਕੀਤਾ ਨਹੀਂਗਾ। ਪੁਲਿਸ ਪ੍ਰਸ਼ਾਸਨ ਦਾ ਜੋ ਆਪਣਾ ਸਹਿਯੋਗ ਹੋਊਗਾ ਉਹ ਇਸੇ ਤਰੀਕੇ ਨਾਲ ਹੋਊਗਾ, ਨਹੀਂ ਜਦੋਂ ਸਾਡੀ ਗੱਲ ਸੁਣਨਗੇ। ਸਾਡੇ ਨਾਲ ਗੱਲ ਸੁਣਨ ਲਈ ਤਾਂ ਤਿਆਰ ਨਹੀਂ ਹੁੰਦੇ ਜੀ। SSP ਸਾਹਿਬ ਨੂੰ ਜਿਸ ਦਿਨ 26 ਤਰੀਕ ਨੂੰ ਗਏ ਸੀ ਜੀ ਉੱਥੇ ਕਿਸਾਨ ਯੂਨੀਅਨ ਦੇ ਨਾਲ, SSP ਸਾਹਿਬ ਆਪ ਤੱਕ ਖੁਦ ਮਿਲੇ ਨਹੀਂ ਨਾ ਜੀ। ਤੇ ਤੁਸੀਂ ਇਸੇ ਚੀਜ਼ ਤੋਂ ਆਪਾਂ ਲਾ ਸਕਦੇ ਹਾਂ ਵੀ ਕਿਹੜੇ ਹਿਸਾਬ ਨਾਲ ਕਿੰਨੇ ਜਨੂਨ ਹੋਣਗੇ ਕਿਸ ਤਰੀਕੇ ਦੇ ਇਸ ਮਾਮਲੇ ਨੂੰ ਲੈ ਕੇ। ਦੇਖੋ, ਇਹਦਾ ਕੋਈ ਸ਼ੱਕ ਨਹੀਂ ਕਿ ਇਹਦੇ 'ਚ ਪੂਰਾ ਪ੍ਰੈਸ਼ਰ ਉੱਤੋਂ ਪੈ ਰਿਹਾ, ਔਰ ਬੀਬੀ ਮਾਣੂਕੇ ਦਾ ਤਾਂ ਬਹੁਤ ਵੱਡਾ ਹੱਥ ਆ, ਉਹਦਾ ਆਪਾਂ ਨਕਾਰ ਹੀ ਨਹੀਂ ਸਕਦੇ ਗੱਲ। ਔਰ ਸਾਨੂੰ ਇਹ ਲੱਗਦਾ ਹੁਣ ਬੀਬੀ ਮਾਣੂਕੇ ਦੇ ਵੀ ਉੱਪਰੋਂ ਵੀ ਹੱਥ ਆ ਰਿਹਾ ਹੈ, ਕਿਉਂ? ਵਰਨਾ ਇੰਨੀ ਜਲਦ ਇੰਨਾ ਟਾਈਮ ਲਾਉਣ ਦਾ ਇਹਦੇ 'ਚ ਕੋਈ ਤੁਕ ਨਹੀਂ ਸੀ ਬਣਦੀ ਮੇਰੇ ਦਿਮਾਗ ਨਾਲ ਜੀ। MLA ਤੋਂ ਉੱਪਰੋਂ ਹੋਰ ਕਿਸ ਦਾ ਹੱਥ ਹੋ ਸਕਦਾ? ਹੋਰ ਕੌਣ ਪ੍ਰੈਸ਼ਰਾਈਜ਼ ਕਰ ਸਕਦਾ? ਕਿਉਂ ਕਰ ਸਕਦਾ? ਉਹਨਾਂ ਦਾ ਉਸ ਦੇ ਵਿੱਚ ਕੀ ਮੰਨਦੇ ਹੋ? ਕੀ ਫਾਇਦਾ ਕੀ ਫਾਇਦਾ ਆ ਕਿ ਉੱਪਰੋਂ ਪ੍ਰੈਸ਼ਰ ਕਰਨ ਦੇ ਵਿੱਚ? ਮਤਲਬ ਇਹੀ ਹੋਣਾ ਜੀ ਕਿ ਇਸ ਚੀਜ਼ ਨੂੰ ਡਿਲੇ ਕੀਤਾ ਜਾਵੇ, ਇੱਥੋਂ ਇਹ ਵਾਪਸ ਚਲੇ ਜਾਣ। ਅਗਰ ਅਸੀਂ ਵਾਪਸ ਜਾਂਦੇ ਹਾਂ ਉੱਥੇ ਦੇਖੋ ਕੋਠੀ ਉਹਨਾਂ ਦੇ ਨਾਮ ਦੇ ਉੱਤੇ ਬੋਲਦੀ, ਉਹਨਾਂ ਨੇ ਫੇਰ ਆ ਕੇ ਵਿੱਚ ਬੈਠ ਜਾਣਾ ਕੋਠੀ ਦੇ। ਠੀਕ ਹੈ ਜੀ। ਅਗਰ ਉਹ ਦੁਬਾਰਾ ਬੈਠ ਜਾਂਦੇ ਆ ਤੇ ਮੁੜ ਕੇ ਹੌਲੀ ਹੌਲੀ ਗੱਲ ਇਹੀ ਹੋ ਜਾਣੀ, ਨਹੀਂ ਜੀ ਕੋਠੀ ਉਹਨਾਂ ਦੀ ਹੋਈ ਸੀ ਉਹ ਅਸਲੀ। ਇਹੀ ਇੱਥੇ ਗੱਲ ਆਉਣੀ ਹੈ ਜੀ ਕਿ ਵਿੱਚੋਂ ਘਰੋਂ ਕੱਢਣ ਦੀ ਗੱਲ ਆ ਜੀ। ਦੇਖੋ ਪੁਲਿਸ ਅਸੀਂ ਕੀ ਕਹਿੰਦੇ ਆਪਣਾ NRI ਕਮਿਸ਼ਨ ਉਹਨਾਂ ਨੂੰ ਈਮੇਲ ਕੀਤੀ ਹੋਈ ਆ। ਆਪਾਂ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਇਹਦੀ ਤਕਰੀਬਨ ਜਾਂ ਹੋ ਗਈਆਂ ਹੋਣਗੀਆਂ ਜਾਂ ਕਰ ਦਿੱਤੀਆਂ ਗਈਆਂ ਹੋਣਗੀਆਂ ਥੋੜ੍ਹੀ ਦੇਰ ਪਹਿਲਾਂ ਈਮੇਲ ਤਕਰੀਬਨ ਸਾਰਿਆਂ ਨੂੰ। ਫੇਰ
ਭਗਵੰਤ ਮਾਨ ਸਾਹਿਬ ਤੋਂ ਲੈ ਕੇ ADGP DGP ਪੰਜਾਬ NRI ਵਿਭਾਗ ਸਾਰਿਆਂ ਨੂੰ ਫਿਰ ਦੁਬਾਰਾ ਇੱਕ ਵਾਰ ਫਿਰ ਦੁਬਾਰਾ ਜਾਣੀ ਕਿ ਲੇਟੈਸਟ ਈਮੇਲ ਵੀ ਕਰਤੀਆਂ ਜੀ ਕਿ ਵੀ ਦੇਖੋ ਆਹ ਚੀਜ਼ਾਂ ਹਜੇ ਤੱਕ ਸਾਡੇ ਨਾਲ ਇਸ ਤਰ੍ਹਾਂ ਹੋ ਰਿਹਾ ਔਰ ਉਹ ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚ ਰਹੇ। ਕੋਠੀ ਕੇਰਾਂ ਮਿਲਣ ਤੇ ਚਾਬੀਆਂ ਮਿਲਣ ਤੇ ਕੇਰਾਂ ਤਾਂ ਖੁਸ਼ੀ ਇੱਕ ਹੋ ਗਈ ਸੀ, ਹੁਣ ਕਿਤੇ ਇਹ ਤਾਂ ਨਹੀਂ ਡਰ ਸਤਾ ਰਿਹਾ ਕਿ ਜੇ ਕਿਤੇ ਆਈ ਇਹਨਾਂ ਨੇ ਗੱਲ ਠੰਡੇ ਵਾਸਤੇ ਪਾਤੀ ਤਾਂ ਕੀ ਬਣੂਗਾ, ਕਿਤੇ ਦੁਬਾਰੇ ਨਾ ਖੁੱਸ ਜੇ? ਬਿਲਕੁਲ, ਮੈਂ ਤਾਂ ਤੁਹਾਡੇ ਹੁਣੇ ਗੱਲ ਕਰਕੇ ਹਟਿਆ ਜੀ ਕਿ ਮਤਲਬ ਇਹ ਹੁਣ ਇਹ ਆ ਕਿ ਅਗਰ ਅਸੀਂ ਵਾਪਸ ਆ ਜਾਂਦੇ ਹਾਂ, ਸੋਚੋ ਵਾਈਫ ਜਾਂ ਮਾਤਾ ਵਾਪਸ ਆ ਜਾਂਦੇ ਉੱਥੋਂ, ਹਾਂਜੀ ਕੋਠੀ ਦੇ ਵਿੱਚ ਕਿਸੇ ਹੋਰ ਨੂੰ ਬਿਠਾਤਾ, ਇਹਨਾਂ ਦਾ ਕੀ ਹੈ ਕੱਲ੍ਹ ਉਹਨੂੰ ਡਰਾ ਕੇ ਭਜਾ ਦੇਣਗੇ ਜੀ ਫਿਰ ਦੁਬਾਰਾ। ਮੈਂ ਤੁਹਾਨੂੰ ਸ਼ੁਰੂਆਤ ਤੋਂ ਕਹਿੰਦਾ ਆ ਰਿਹਾ ਜੀ, ਹੁਣ ਵੀ ਕਹਿ ਰਿਹਾ ਸਾਨੂੰ ਖਤਰਾ ਜੀ ਇਹਨਾਂ ਤੋਂ। ਸਰਬਜੀਤ ਕੌਰ ਕੋਲੇ ਪਾਵਰ ਆ ਪੂਰੀ, ਆਮ ਆਦਮੀ ਪਾਰਟੀ ਦੀ ਸਰਕਾਰ ਆ, ਸਾਨੂੰ ਪੂਰਾ ਖਤਰਾ ਜੀ ਇਸ ਚੀਜ਼ ਤੋਂ, ਮੈਨੂੰ ਮੇਰੇ ਪਰਿਵਾਰ ਨੂੰ ਜਾਂ ਜਿਹਨੂੰ ਵੀ ਅਸੀਂ ਉੱਥੇ ਬਿਠਾਈਏ ਕਿ ਸਾਨੂੰ ਨਹੀਂ ਪਤਾ ਇਹਨਾਂ ਨੇ ਕਿਸ ਤਰ੍ਹਾਂ ਦੇ ਉੱਥੇ ਗੁੰਡੇ ਲੈ ਕੇ ਆਉਣਾ, ਕੀ ਕਰਨਾ। ਮੈਂ ਗੁੰਡੇ ਸ਼ਬਦ ਇਸਤੇਮਾਲ ਕਰ ਰਿਹਾ ਜੀ ਦੇਖੋ ਇੱਥੇ, ਕਿਉਂਕਿ ਸਰਬਜੀਤ ਕੌਰ ਨੇ ਹਲੇ ਤੱਕ ਸਾਨੂੰ ਇਹ ਬਿਹੇਵੀਅਰ ਦਿਖਾਇਆ ਆਪਣਾ, ਇਦਾਂ ਦਾ ਬਿਹੇਵੀਅਰ ਦਿਖਾਇਆ ਹਾਲੇ ਤੱਕ। ਇਹ ਬਦਮਾਸ਼ਾਂ ਵਾਲਾ ਬਿਹੇਵੀਅਰ ਹੋ ਗਿਆ ਨਾ ਜੀ ਕਿ ਦੇਖੋ ਕਿੰਨੀ ਦੇਰ ਉਹ ਪਹਿਲਾਂ ਕਰਦੀ ਰਹੀ, ਉਹ 3 ਦਿਨ ਦੇ ਵਿੱਚ 4 ਦਿਨ ਦੇ ਵਿੱਚ ਬੈਕਡੇਟ ਤੇ ਜਾ ਕੇ ਪੇਪਰ ਬਣਾ ਸਕਦੀ ਆ ਜਾਲੀ। ਅਸਲੀ ਪੇਪਰ ਬਣਨ ਲਈ 3 ਹਫ਼ਤੇ ਤੋਂ ਉੱਤੇ ਟਾਈਮ ਹੋ ਗਿਆ। ਅਸੀਂ ਹਰ ਹਫ਼ਤੇ ਅਸੀਂ ਜਾਣੇ ਕੋਰਟ 'ਚ ਜਾਂਦੇ ਆ, ਸਾਡੇ ਉਹ ਪੇਪਰ ਨਹੀਂ ਬਣ ਰਹੇ ਔਰ ਉਹਦੇ 3 ਦਿਨ 'ਚ ਬਣ ਗਏ। ਤਾਂ ਮਤਲਬ ਦਾਲ 'ਚ ਕਾਲਾ ਕੇ ਕੀ ਲੱਗਦਾ, ਦਾਲ 'ਚ ਕਾਲਾ ਕੇ ਪੂਰੀ ਦਾਲ ਹੀ ਕਾਲੀ ਆ? ਨਹੀਂ ਜੀ, ਇਹ ਤਾਂ ਪੂਰੀ ਦਾਲ ਹੀ ਕਾਲੀ ਆ ਵੀਰ, ਇਹ ਦਾਲ 'ਚ ਕਾਲਾ ਨਹੀਂ ਹੈ, ਦਾਲ ਹੀ ਕਾਲੀ ਆ। ਇਹ ਦੇਖੋ ਮੈਂ ਜਿਸ ਤਰ੍ਹਾਂ ਫੇਰ ਕਹਿ ਕੇ ਹਟਿਆ, ਪਹਿਲਾਂ ਤਾਂ ਅਸੀਂ ਕਹਿ ਰਹੇ ਹਾਂ ਵੀ ਇਹ ਕਰਮ ਸਿੰਘ ਆਪਣਾ ਅਸ਼ੋਕ ਕੁਮਾਰ ਕਰਮ ਸਿੰਘ ਇਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ, ਬੀਬੀ ਦੇ ਉੱਤੇ ਹੋਣਾ ਚਾਹੀਦਾ, ਬੀਬੀ ਦੇ ਘਰ ਵਾਲੇ ਦੇ ਉੱਤੇ ਹੋਣਾ ਚਾਹੀਦਾ। ਇਹ ਤਾਂ ਗੱਲ ਬਹੁਤ ਦੂਰ ਦੀ ਗੱਲ ਹੈ ਜੀ, ਉਹ ਤਾਂ ਅਸ਼ੋਕ ਕੁਮਾਰ ਦੇ ਸਾਡੇ ਵੱਲੋਂ ਹਜੇ ਇਹਨਾਂ ਨੇ ਪਰਚਾ ਨਹੀਂ ਕੀਤਾ। ਅਸ਼ੋਕ ਕੁਮਾਰ ਨੂੰ ਹੱਥ ਅਸੀਂ ਕਿੱਥੋਂ ਪਾਵਾਂਗੇ? ਜਿਸ ਦੇ ਖਿਲਾਫ ਕਰਮ ਸਿੰਘ ਖੁਦ ਜਿਹੜਾ ਹੈਗਾ ਉਹ ਆਪਣੇ ਬਿਆਨ ਦੇ ਚੁੱਕਿਆ, ਉਸ ਤੇ ਵੀ ਪਰਚਾ ਹਲੇ ਤੱਕ ਹੋਇਆ ਨਹੀਂ। ਬਿਲਕੁਲ ਜੀ, ਉਹ ਸਾਡੇ ਵੱਲੋਂ ਨਹੀਂ ਕਰ ਰਹੇ ਜੀ ਉਹ। ਅੱਛਾ, ਚਲੋ ਕਰਮ ਸਿੰਘ ਨੂੰ ਤੁਸੀਂ ਕਹਿੰਦੇ ਹੋ ਕਿ ਕਰਮ ਸਿੰਘ ਨੂੰ ਬੀਬੀ ਮਾਣੂਕੇ ਬਚਾ ਰਹੇ ਨੇ। ਮੈਂ ਸਵਾਲ ਇੱਥੇ ਇੱਕ ਹੋਰ ਲੈਣਾ ਚਾਹੂੰਗਾ ਕਿ ਫਿਰ ਕਰਮ ਸਿੰਘ ਨੂੰ ਮੰਨ ਲਿਆ ਬੀਬੀ ਮਾਣੂਕੇ ਬਚਾ ਰਹੇ ਨੇ ਤੇ ਬੀਬੀ ਮਾਣੂਕੇ ਨੂੰ ਫਿਰ ਕੌਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ? ਤੇ ਸਰਕਾਰ ਆ ਜੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ, ਹੁਣ ਉਹੀ ਬਚਾਉਣਗੇ ਨਾ। ਕਿਉਂਕਿ ਅਗਰ ਬੀਬੀ ਮਾਣੂਕੇ ਦੇ ਉੱਤੇ ਪਰਚਾ ਹੁੰਦਾ ਤੇ ਸਰਕਾਰ ਨੂੰ ਇਹ ਲੱਗਦਾ ਵੀ ਉਹਨਾਂ ਦਾ ਇੱਕ ਜਿਹੜਾ ਮੈਂਬਰ ਆ ਜਾਂ ਕੀ ਕਹਿੰਦੇ MLA ਆ, ਉਹ ਸਾਰੇ ਬਿਲਕੁਲ ਚਿੱਟਾ ਨੰਗਾ ਹੋ ਜਾਂਦਾ ਹੈਗਾ ਪੂਰੀ ਦੁਨੀਆ ਦੇ ਸਾਹਮਣੇ ਕਿ ਵੀ ਹਾਂਜੀ ਇਹਨੇ ਗਲਤੀ ਕੀਤੀ ਆ। ਜੀ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਵੀ ਕਿਸੇ ਤਰੀਕੇ ਨਾਲ ਉਹਨੂੰ ਬਚਾਓ। ਸਰਕਾਰ ਉਹਨੂੰ ਬਚਾ ਰਹੀ ਹੈ ਜੀ, ਸਰਕਾਰ ਦਾ ਜ਼ੋਰ ਉਹਨੂੰ ਬਚਾਉਣ ਦੇ ਉੱਤੇ। ਅਗਰ ਜਦੋਂ ਉਹਨੂੰ ਬਚਾ ਰਹੇ ਆ ਤੇ ਤੁਹਾਨੂੰ ਪਤਾ ਹੀ ਹੈ ਥੱਲੇ ਉਹ ਕਹਿ ਰਹੀ ਹੈ ਕਿ ਮੇਰਾ ਬੰਦਾ ਬਚਣਾ ਚਾਹੀਦਾ। ਇਹ ਇੱਕ ਕੀ ਕਹਿੰਦੇ ਆਪਾਂ ਚੇਨ ਆ, ਇਹ ਹਨਾ ਲੜੀ ਚੇਨ ਆ ਬਿਲਕੁਲ। ਕਿਉਂਕਿ ਇਹਦੇ ਵਿੱਚ ਸਰਬਜੀਤ ਕੌਰ ਨੂੰ ਹੁਣ ਅਗਰ ਸਰਬਜੀਤ ਕੌਰ ਹਾਲੇ ਤੱਕ ਵੀ ਸੱਚੀ ਹੁੰਦੀ ਨਾ, ਉਹ ਕਦੋਂ ਦੀ ਕਰਮ ਸਿੰਘ ਨੂੰ ਕਹਿ ਕੇ ਵੀ ਖਤਮ ਕਰਵਾਇਆ ਨੂੰ, ਵੀ ਜੇ ਤੂੰ ਆਪ ਮੰਨੀ ਜਾਣਾ ਝੂਠਾ ਕੰਮ ਹੈ, ਖਤਮ ਹੋ ਜਾਂਦਾ ਹੈ। ਇਹਦਾ ਆਪਾਂ ਨੂੰ ਹੀ ਪਤਾ ਵੀ ਸਰਬਜੀਤ ਕੌਰ ਕਿੰਨੀ ਸੱਚੀ ਹੈ। ਅੱਛਾ, ਜਿਸ ਤਰ੍ਹਾਂ ਤੁਹਾਡੇ ਕੋਲੇ ਪੈਸੇ ਮੰਗਣ ਦੀ ਗੱਲ ਆਈ ਆ, ਜੇ ਹੁਣ ਕੱਲ ਨੂੰ ਉਹ ਹਾਲਾਂਕਿ ਹਲੇ ਤੱਕ ਤਾਂ ਸਿਰਫ ਖਬਰਾਂ ਆਈਆਂ ਨੇ, ਜਿਵੇਂ ਤੁਸੀਂ ਕਹਿੰਦੇ ਉੜਦੀ ਸਾਡੇ ਕੋਲ ਗੱਲ ਆਈ ਆ, ਤੇ ਜੇਕਰ ਕੱਲ ਨੂੰ ਸਿੱਧਾ ਆ ਕੇ ਕਹਿੰਦਾ ਕਿ ਮੈਨੂੰ ਪੈਸੇ ਦੇ ਦਿਓ ਮੈਂ ਗੱਲ ਨਿਬੇੜ ਦੂੰ, ਫਿਰ ਕੀ ਕਰੋਗੇ? ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਪੈਸੇ ਅਸੀਂ ਕਿਸ ਚੀਜ਼ ਦੇ ਦਈਏ? ਪੈਸੇ ਕਿਸ ਚੀਜ਼ ਦੇ ਆ? ਸਾਡੇ ਵੱਲੋਂ ਨਾ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀਆਂ ਚਾਬੀਆਂ ਫੜ ਲਓ, ਤੁਸੀਂ ਸਾਡੇ ਘਰ ਦੇ ਅੰਦਰ ਆ ਜਾਓ, ਨਾ ਅਸੀਂ ਕਿਹਾ ਸਾਡੇ ਘਰ ਦੀ ਤੋੜ ਭੰਨ ਕਰ ਦਿਓ, ਨਾ ਅਸੀਂ ਕਿਹਾ ਵੀ ਪਿੱਛੇ ਤੁਸੀਂ ਸਾਡੇ ਘਰ ਦੇ ਜਗ੍ਹਾ ਬਣਾ ਸਕਦੇ ਆ ਆਪਦੀ ਰਹਿਣ ਦੀ, ਹਾਂਜੀ, ਨਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਬਾਥਰੂਮਸ ਵਗੈਰਾ ਸਾਰੇ ਤੋੜ ਭੰਨ ਕਰ ਸਕਦੇ ਉਹਨਾਂ ਦੀ। ਜਿਹੜੀ ਕਿ ਮੇਰੀ ਗੱਲ ਸਮਝ ਆਈ ਤੁਸੀਂ? ਪੈਸੇ ਕਿਸ ਚੀਜ਼ ਦੇ? ਉਹ ਸਾਨੂੰ ਕਹਿ ਰਿਹਾ ਕਿ ਸਾਡੇ ਨਾਲ ਰਾਜੀਨਾਮਾ ਕਰ ਲਓ। ਅਸੀਂ ਰਾਜੀਨਾਮਾ ਨਹੀਂ ਕਰਦੇ, ਪੈਸੇ ਅਸੀਂ ਉਹਨੂੰ ਕਿੱਥੋਂ ਦੇਣੇ? ਅੱਛਾ, ਫਿਰ ਜਿਸ ਤਰ੍ਹਾਂ ਦੇ ਨਾਲ ਹੁਣ ਤੁਸੀਂ ਗੱਲ ਦੱਸ ਰਹੇ ਹੋ ਤਾਂ ਗੱਲ ਤਾਂ ਠੰਡੇ ਵਾਸਤੇ ਆ, ਗੱਲ ਕਿਸੇ ਪਾਸੇ ਹਾਲੇ ਤੱਕ ਲੱਗ ਨਹੀਂ ਰਹੀ। ਫਿਰ ਹੁਣ ਕਰੋਗੇ ਕੀ? ਅਗਲੀ ਰਣਨੀਤੀ ਕੀ ਹੋਵੇਗੀ? ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਮਾਂ ਵੀ ਤੁਹਾਡੇ ਕੋਲ ਥੋੜ੍ਹਾ ਹੁੰਦਾ, ਹਾਲਾਂਕਿ ਤੁਸੀਂ ਤੇ ਤੁਹਾਡੇ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਦੋਸ਼ੀਆਂ ਨੂੰ ਕਾਰਵਾਈ ਜਿਹੜੀ ਹੈਗੀ ਦੋਸ਼ੀਆਂ ਦੇ ਉੱਪਰ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਇੱਥੇ ਹੀ ਆ। ਪਰ ਫਿਰ ਕਰੋਗੇ ਕੀ? ਜੇਕਰ ਇੰਨਾ ਹੀ ਠੰਡੇ ਵਾਸਤੇ ਗੱਲ ਪੈਂਦੀ ਰਹੀ ਤਾਂ ਗੱਲ ਲੰਮੀ ਪੈ ਜੇ ਤਾਂ ਕੀ ਪਤਾ ਕਿੰਨਾ ਟਾਈਮ ਲੰਮੀ ਪੈ ਜੇ। ਦੇਖੋ ਜੀ, ਕੋਰਟ ਹੁਣ ਇੱਥੋਂ ਮੈਨੂੰ ਲੱਗਦਾ ਵੀ ਨਾ ਆਪਣੇ ਕਹਿੰਦੇ ਸਬਰ ਦਾ ਬੰਨ੍ਹ ਟੁੱਟ ਗਿਆ, ਹੁਣ ਹਾਈ ਕੋਰਟ ਨੂੰ ਰੁੱਖ ਕਰਨਾ ਹੀ ਪੈਣਾ। ਹੁਣ ਹਾਈ ਕੋਰਟ ਦੀ ਕੋਸ਼ਿਸ਼ ਕਰਾਂਗੇ ਜੀ, ਦੇਖਦੇ ਆ, ਕੰਸਲਟ ਕਰਦੇ ਆ ਲਾਇਰਸ ਵਗੈਰਾ ਨਾਲ, ਫਿਰ ਹਾਈ ਕੋਰਟ ਨੂੰ ਅਸੀਂ ਕਰਦੇ ਹਾਂ ਜੀ ਅਪਰੋਚ। ਕਿਉਂਕਿ
ਜੀ ਸੌਰੀ ਗੋ ਅਹੈਡ। ਜਥੇਬੰਦਕ ਬੇਸ ਤੇ ਹੁਣ ਤੱਕ ਉਹ ਅਗਲਾ ਪ੍ਰੋਗਰਾਮ ਕਿਸੇ ਤਰ੍ਹਾਂ ਦਾ ਕੋਈ ਦਿੱਤਾ ਗਿਆ ਕਿ ਜਿਵੇਂ ਤੁਸੀਂ ਕਿਹਾ ਕਿ ਮਿਲਣ ਦੀ ਕੋਸ਼ਿਸ਼ ਕੀਤੀ ਐਸਐਸਪੀ ਸਾਹਿਬ ਨੂੰ, ਪਰ ਐਸਐਸਪੀ ਸਾਹਿਬ ਜਿਹੜੇ ਨੇ ਉਹ ਖੁਦ ਜਿਹੜੇ ਆ ਨਹੀਂ ਮਿਲੇ। ਗਰਾਊਂਡ ਲੈਵਲ ਤੇ ਜਥੇਬੰਦਕ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਕਾਲ ਹੈ, ਕਿਸੇ ਤਰ੍ਹਾਂ ਦਾ ਕੋਈ ਇਕੱਠ ਜਿਹੜਾ ਤੁਹਾਡੇ ਵੱਲੋਂ ਉਸ ਤੋਂ ਬਾਅਦ ਰੱਖਿਆ ਗਿਆ ਤਾਂ ਜੋ ਪ੍ਰਸ਼ਾਸਨ ਨੂੰ ਇੱਕ ਵਾਰੀ ਫਿਰ ਦੱਸਿਆ ਜਾਵੇ ਕਿ ਭਾਈ ਸਾਡੀ ਗੱਲ ਹਾਲੇ ਉੱਥੇ ਦੇ ਉੱਥੇ ਖੜੀ ਆ, ਇਹ ਅੱਗੇ ਵਧੀ ਨਹੀਂ? ਬਿਲਕੁਲ ਜੀ 10 ਤਰੀਕ ਨੂੰ ਜੋ ਕਿਸਾਨ ਜਥੇਬੰਦੀਆਂ ਇਹਨਾਂ ਨੇ ਇਕੱਠ ਕਰਕੇ ਐਸਐਸਪੀ ਸਾਹਿਬ ਕੋਲੇ ਫੇਰ ਜਾਣਾ ਔਰ ਉਹਨਾਂ ਨੂੰ ਐਪਲੀਕੇਸ਼ਨ ਦੇਣੀ ਹੈ 10 ਤਰੀਕ ਨੂੰ। ਅਗਰ ਉਹ 10 ਤਰੀਕ ਨੂੰ ਪਰਚੇ ਵਗੈਰਾ ਨਹੀਂ ਕਰ ਦੇਗੇ ਤੇ ਫਿਰ ਜਥੇਬੰਦੀਆਂ ਨੇ 17 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਜੀ ਕਿ ਜਦੋਂ 17 ਤਰੀਕ ਨੂੰ ਇਹ ਐਸਐਸਪੀ ਆਫਿਸ ਦਾ ਘਿਰਾਓ ਕਰਨਗੇ ਜੀ 17 ਤਾਰੀਖ ਨੂੰ ਜੀ। ਤਾਂ ਹੁਣ ਤੁਹਾਨੂੰ ਲੱਗਦਾ ਕਿ ਰਾਹ ਇਹੀ ਬਚਿਆ ਸਿਰਫ ਕਿ ਦੁਬਾਰਾ ਫਿਰ ਇਸ ਚੀਜ਼ ਨੂੰ ਇੱਕ ਵਾਰੀ ਫਿਰ ਲੋਕਾਂ ਅੱਗੇ ਲਿਆਂਦਾ ਜਾਵੇ? ਕਿਉਂਕਿ ਲੋਕ ਸ਼ਾਇਦ ਹੁਣ ਇਹ ਮੰਨੀ ਬੈਠੇ ਆ ਕਿ ਪਰਿਵਾਰ ਨੂੰ ਚਾਬੀਆਂ ਮਿਲ ਗਈਆਂ ਸੀ, ਵੀ ਜਦੋਂ ਕਿਤੇ ਜਾਂਦੇ ਆ ਤਾਂ ਗੱਲਬਾਤ ਹੁੰਦੀ ਹੈ ਕਿ ਜੀ ਬਹੁਤ ਵਧੀਆ ਹੋਇਆ, ਚੰਗੀ ਗੱਲ ਹੋਈ, ਪਰਿਵਾਰ ਨੂੰ ਇਨਸਾਫ ਮਿਲ ਗਿਆ, ਪਰਿਵਾਰ ਹੁਣ ਖੁਸ਼ੀ-ਖੁਸ਼ੀ ਰਹਿ ਰਿਹਾ, ਪਰਿਵਾਰ ਹੁਣ ਖੁਸ਼ੀ-ਖੁਸ਼ੀ ਚਲੋ ਵਾਪਸ ਚੱਲ ਜਾਊਗਾ। ਇਸ ਚੀਜ਼ ਦਾ ਹੁਣ ਤੁਹਾਨੂੰ ਲੱਗਦਾ ਕਿ ਇਹੀ ਰਾਹ ਬਚਿਆ ਕਿ ਦੁਬਾਰੇ ਫਿਰ ਇਸ ਚੀਜ਼ ਨੂੰ ਇੱਕ ਵਾਰੀ ਉਭਾਰਿਆ ਜਾਵੇ, ਲੋਕਾਂ ਸਾਹਮਣੇ ਲਿਆਂਦਾ ਜਾਵੇ ਕਿ ਭਾਈ ਹਾਲੇ ਸਿਰਫ ਚਾਬੀਆਂ ਮਿਲੀਆਂ, ਗੱਲ ਕਿਤੇ ਨਹੀਂ ਪਹੁੰਚੀ? ਬਿਲਕੁਲ ਜੀ ਬਿਲਕੁਲ। ਦੇਖੋ ਮੈਂ ਤਾਂ ਇੱਕ ਰਿਕੁਐਸਟ ਕਰਦਾ ਜੀ, ਬੇਨਤੀ ਕਰਦਾ ਸਾਰੇ ਹੀ ਆਪਣੇ ਐਨਆਰਆਈ ਭੈਣ ਭਰਾਵਾਂ ਨੂੰ, ਬਾਕੀ ਮੀਡੀਆ ਅਦਾਰਿਆਂ ਨੂੰ ਔਰ ਬਾਕੀ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਸੁਣਦੇ ਆ ਇਸ ਚੀਜ਼ ਨੂੰ, ਔਰ ਬਾਕੀ ਜਿੰਨੀਆਂ ਜਥੇਬੰਦੀਆਂ ਜਾਂ ਹੋਰ ਵੀ ਸਾਰੇ ਐਕਟਿਵਿਸਟ ਕੋਈ ਵੀ ਜਿਹੜੇ ਇਸ ਚੀਜ਼ ਨੂੰ ਫੇਰ ਤੋਂ ਦੁਬਾਰਾ ਚੱਕਣ ਦੀ ਲੋੜ ਆ, ਕਿਉਂਕਿ ਕੁਝ ਨਹੀਂ ਹੋਇਆ। ਉਹਨਾਂ ਨੇ ਸਿਰਫ ਇੱਕ ਚਾਬੀਆਂ ਦੇ ਕੇ ਉਸ ਦਿਨ, ਕਿਉਂਕਿ ਬਹੁਤ ਜ਼ਿਆਦਾ ਇਹ ਮੁੱਦਾ ਭਖਿਆ ਹੋਇਆ ਸੀਗਾ, ਉਹਨਾਂ ਨੇ ਆਪਾਂ ਨੂੰ ਠੰਡੇ ਵਾਸਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਔਰ ਬਿਲਕੁਲ ਉਹਨਾਂ ਨੇ ਉਹ ਇਸ ਚੀਜ਼ ਦੇ ਵਿੱਚ ਬਹੁਤ ਹੱਦ ਤੱਕ ਸਫਲ ਵੀ ਰਹਿ ਗਿਆ, ਉਹਨਾਂ ਨੇ ਠੰਡਾ ਪਾਤਾ। ਕੁਛ ਨਹੀਂ ਆਪਣੇ ਕੋਲੇ ਆਇਆ ਜੀ, ਇੱਕ ਸਿਰਫ ਚਾਬੀਆਂ ਮਿਲੀਆਂ, ਚਾਬੀਆਂ ਦੇ ਕੇ ਤੇ ਕੋਠੀ ਦਾ ਦਰਵਾਜ਼ਾ ਖੋਲ ਕੇ ਅਸੀਂ ਅੰਦਰ ਆ। ਹਜੇ ਵੀ ਉੱਥੇ ਕੰਮ ਕਰੀ ਜਾ ਰਹੇ ਜੀ, ਜਾਣੀ ਕਿ ਸਫਾਈ ਮੈਨੂੰ ਲੱਗਦਾ ਕੱਲ ਜਾ ਕੇ ਉਹਦੀ ਖਤਮ ਹੋਈ ਆ। ਹੁਣ ਬਾਕੀ ਅੰਦਰ ਜਿਹੜਾ ਕੰਮ ਬਾਕੀ ਉਹ ਸ਼ੁਰੂ ਹੋ ਰਿਹਾ। ਰਹਿਣਾ ਅਜੇ ਤਾਈਂ ਉੱਥੇ ਹੋ ਨਹੀਂ ਸਕਿਆ ਕਿਉਂਕਿ ਕਾਫੀ ਤੋੜ ਭੰਨ ਕੀਤੀ ਹੋਈ ਸੀਗੀ ਹਾਂਜੀ। ਔਰ ਇਹਨੂੰ ਬਿਲਕੁਲ ਇਹ ਚੱਕਣ ਦਾ ਫਿਰ ਇਹ ਆਪਾਂ ਨੂੰ ਚੱਕਣਾ ਪੈਣਾ ਜੀ, ਇਹਦਾ ਜ਼ਰੂਰੀ ਆ। ਤਾਂ ਹੁਣ ਮਤਲਬ ਤੁਹਾਡੀ ਮੰਗ ਜਿਹੜੀ ਆ ਉਹ ਹੁਣ ਅਪੀਲ ਕੋਈ ਨਾ ਕੋਈ, ਹੁਣ ਜਿਵੇਂ ਪਹਿਲਾਂ ਵੀ ਹਰ ਇੰਟਰਵਿਊ ਦੇ ਵਿੱਚ ਮੈਂ ਤੁਹਾਡੇ ਤੋਂ ਕਹਿੰਦਾ ਨਾ ਕਿ ਕੋਈ ਅਪੀਲ ਸਰਕਾਰ ਤੱਕ ਹਾਲੇ ਵੀ ਕੋਈ ਬੇਨਤੀ ਸਰਕਾਰ ਤੱਕ ਰੱਖੋਗੇ? ਬੇਨਤੀ ਸਰਕਾਰ ਤੱਕ ਤਾਂ ਇਹੀ ਕਰੀ ਜਾਂਦੇ ਵੀ ਜਾਂ ਤਾਂ ਇਹਨੂੰ ਬਹੁਤ ਜਲਦੀ ਖਤਮ ਕਰਵਾ ਦਿਓ, ਤੁਹਾਡੇ ਹੱਥ ਵੱਸ ਹੈਗਾ ਸਾਰਾ ਕੁਝ, ਨਹੀਂ ਤੇ ਸਾਨੂੰ ਹਾਈ ਕੋਰਟ ਦਾ ਰਸਤਾ ਕਰਨਾ ਹੀ ਪੈਣਾ। ਔਰ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਜੀ ਸਰਕਾਰ ਕੁਝ ਕਰੂਗੀ ਹਾਲੇ, ਜਿਸ ਹਿਸਾਬ ਨਾਲ ਲੱਗ ਰਿਹਾ, ਕਿਉਂਕਿ ਅਗਰ ਕਰਨਾ ਹੁੰਦਾ 3 ਹਫ਼ਤਿਆਂ ਦਾ ਟਾਈਮ ਹੋ ਗਿਆ ਜੀ। 3 ਹਫ਼ਤੇ ਦੇ ਵਿੱਚ ਮੈਨੂੰ ਲੱਗਦਾ ਮੇਰੀ ਵਾਈਫ ਔਰ ਮਾਤਾ 6-7 ਵਾਰ ਕੋਰਟ ਜਾ ਆਏ ਆ ਜੀ। ਅੱਛਾ ਜੀ, ਤੇ ਬਜ਼ੁਰਗ ਬੰਦੇ ਨੂੰ ਤਾਂ ਜਾਏ ਵੀ ਇੰਨੀ ਗਰਮੀ ਦੇ ਵਿੱਚ, ਉਹ ਵੀ ਬਜ਼ੁਰਗ ਬੰਦੇ ਨੂੰ ਹੋਰ ਵੀ ਔਖਾ ਹੋ ਜਾਂਦਾ ਕਿ ਮਾਤਾ ਜੀ ਪਹਿਲਾਂ ਹੀ ਬਿਮਾਰ ਨੇ। ਬਿਲਕੁਲ ਜੀ। ਔਰ ਉਹਨਾਂ ਨੂੰ ਕੋਰਟ ਛੱਡ ਕੇ ਉਹਨਾਂ ਨੂੰ ਦੇਖੋ ਅਲੱਗ-ਅਲੱਗ ਜਾਣਾ ਪੈਂਦਾ ਹੈਗਾ, ਕਿਤੇ ਐਸਡੀਐਮ ਮੈਡਮ ਦੇ ਆਫਿਸ ਚਲੇ ਗਏ ਹੈ ਨਾ ਜੀ, ਉੱਥੇ ਐਪਲੀਕੇਸ਼ਨ ਦੇ ਆਂਦੀ, ਫਿਰ ਕਿਸੇ ਹੋਰ ਨੂੰ ਮਿਲ ਆਂਦੇ। ਉਹ ਡੇਲੀ ਬੇਸਿਸ 'ਤੇ ਵਿਚਾਰਿਆਂ ਨੂੰ ਬਾਹਰ ਤੁਰਨਾ ਫਿਰਨਾ ਪੈ ਰਿਹਾ ਇਸ ਚੀਜ਼ ਪਿੱਛੇ। ਔਰ ਕਰਮ ਸਿੰਘ ਹੈ ਉਹ ਸਾਹਮਣੇ ਨਹੀਂ ਆ ਰਿਹਾ। ਔਰ ਕਈ ਵਾਰਾਂ ਤਾਂ ਜਦੋਂ ਉਹਨੂੰ ਕੀ ਹੁੰਦਾ ਸਮਨ ਦਿੰਦੇ ਆ, ਭੇਜਦੇ ਆ, ਇੱਕ ਵਾਰ ਸਮਨ ਫੜਾਉਣ ਗਏ, ਉਹ ਅੰਦਰ ਸੀਗਾ ਘਰ ਦੇ ਅੰਦਰ, ਉਹਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅੱਛਾ, ਦਰਵਾਜ਼ਾ ਖੋਲ੍ਹਿਆ ਨਹੀਂ? ਬਿਲਕੁਲ ਜੀ। ਤੇ ਸਮਝ ਨਹੀਂ ਫੜ ਰਿਹਾ, ਤੇ ਉਹ ਜਾਣੀ ਕਿ ਉੱਥੇ ਉਹਦਾ ਮਤਲਬ ਇਹੀ ਹੈ ਜੀ ਵੀ ਇਹਨਾਂ ਨੂੰ ਭਜਾਓ ਇਸ ਤਰੀਕੇ ਨਾਲ ਹੀ। ਔਰ ਮੇਰੀ ਬੇਨਤੀ ਇਹ ਹੈ ਕਿ ਸਾਰੇ ਹੀ ਭੈਣ ਭਰਾਵਾਂ ਨੂੰ, ਸਾਰੇ ਪ੍ਰਵਾਸੀ ਭੈਣ ਭਰਾਵਾਂ ਨੂੰ, ਆਪਾਂ ਇਹ ਚੀਜ਼ ਖਤਮ ਨਹੀਂ ਹੋਈ ਜੀ, ਇਹਨੂੰ ਆਪਾਂ ਦੁਬਾਰਾ ਚੱਕੀਏ ਚੀਜ਼ ਨੂੰ, ਫਿਰ ਉਹਨਾਂ ਦੇ ਕੰਨਾਂ ਤਾਈਂ ਗੱਲ ਪਹੁੰਚਾਈਏ, ਕੋਸ਼ਿਸ਼ ਕਰੀਏ ਵੀ ਉਹਨਾਂ ਤੱਕ ਇਹ ਗੱਲ ਪਹੁੰਚ ਸਕੇ। ਔਰ ਸ਼ਾਇਦ ਇਹਦੇ 'ਚ ਸੀਐਮ ਮਾਨ ਖੁਦ ਆਪ ਦਖਲਅੰਦਾਜ਼ੀ ਕਰ ਲੈਣ ਡਾਇਰੈਕਟਲੀ। ਪਹਿਲਾਂ ਤਾਂ ਸਾਡੇ ਨੂੰ ਇਹੀ ਕਹਿੰਦੇ ਸੀ ਨਾ ਕਿ ਸੀਐਮ ਮਾਨ ਸਾਹਿਬ ਨੇ ਆਹ ਕਹਿਤਾ ਜੀ, ਮਾਨ ਸਾਹਿਬ ਨੇ ਆਹ ਕਹਿਤਾ, ਸਾਨੂੰ ਕੰਮ ਹੋ ਜਾਊਗਾ ਹਾਂਜੀ। ਅਸੀਂ ਕਹਿੰਦੇ ਮਾਨ ਸਾਹਿਬ ਖੁਦ ਆ ਕੇ ਬੋਲਣ ਨਾ ਜੀ ਇਸ ਵਿਸ਼ੇ ਦੇ ਉੱਤੇ। ਬਿਲਕੁਲ ਖੁਦ ਬੋਲਣ ਜਦੋਂ, ਕਿਉਂਕਿ ਸਾਰਾ ਕੁਝ ਸਾਬਤ ਹੀ ਹੋ ਗਿਆ। ਬਿਲਕੁਲ। ਮਾਨ ਸਾਹਿਬ ਸਾਡੇ ਜਗਰਾਓਂ ਤੋਂ ਕੁਝ ਕਿਲੋਮੀਟਰ ਦੂਰ ਸੀਗੇ ਜੀ, ਮੋਗੇ ਕੋਲੇ ਜਿਹੜਾ ਆਪਣਾ ਉਹ ਟੋਲ ਪਲਾਜ਼ਾ ਕੀਤਾ, ਬੰਦ ਕਰਵਾਇਆ ਜਿਹਦੇ ਤੇ ਗਏ ਆ। ਤੇ ਜਗਰਾਓਂ ਬਾਰੇ ਕਿਉਂ ਨਹੀਂ ਕੁਝ ਬੋਲ ਸਕੇ ਉਹ ਜੀ? ਗੇੜਾ ਮਾਰ ਸਕਦੇ ਸੀ, ਕੋਲ ਦੀ ਲੰਘੇ ਹੋਣਗੇ। ਬਿਲਕੁਲ ਕੋਲ ਦੀ ਲੰਘੇ ਹੋਣਗੇ ਜੀ। ਅੱਛਾ, ਮਾਨ ਸਾਹਿਬ ਨੂੰ ਦੇਖਣਾ ਚਾਹੀਦਾ, ਜਾਂ ਉਹਨਾਂ ਦੇ ਕੋਈ ਵੀ ਜਿਹੜੇ ਉਹਨਾਂ ਦੇ ਪ੍ਰਬੰਧਕ ਆ ਜਿਹੜੇ ਉਹਨਾਂ ਦਾ ਪ੍ਰੋਗਰਾਮ ਲੀਕਦੇ ਆ, ਉਹਨਾਂ ਨੂੰ ਨਹੀਂ ਪਤਾ ਹੋਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਦਾ ਜੀ। ਅੱਛਾ, ਲਾਸਟ ਸਵਾਲ ਹੈ ਉਮੀਦ, ਜਿਵੇਂ ਹਾਲਾਂਕਿ ਤੁਸੀਂ ਕਹਿਤਾ ਕਿ ਲੱਗਦਾ ਨਹੀਂ ਕਿ ਸਰਕਾਰ ਕੁਝ ਨਾ ਕੁਝ ਕਰੂਗੀ, ਉਮੀਦ ਕੋਈ ਮਾੜੀ ਮੋਟੀ ਬਚੀ ਆ ਕਿ ਉਮੀਦ ਖਤਮ ਹੀ ਹੋ ਗਈ? ਇਹ ਉਮੀਦ ਤਾਂ ਰੱਖਣੀ ਪੈਣੀ ਆਪਾਂ ਨੂੰ। ਸਰਕਾਰ ਉਮੀਦ ਖਤਮ ਕਰਦੀ ਤਾਂ ਸਰਕਾਰ ਤੋਂ ਕਹਿਣਾ, ਮੈਂ ਸਰਕਾਰ ਤੋਂ ਗੱਲ ਕਰ ਰਿਹਾ ਪਰਮਜੀਤ ਜੀ। ਉਮੀਦ
ਰੱਖਣਾ ਆਪਣਾ ਫਰਜ਼ ਆ ਜੀ, ਉਮੀਦ ਆਪਾਂ ਰੱਖਾਂਗੇ, ਲੇਕਿਨ ਲੱਗਦਾ ਨਹੀਂ ਜੋ ਹਾਲਾਤ ਲੱਗ ਰਿਹਾ ਇਸ ਵਕਤ, ਕਿਉਂਕਿ ਬੀਬੀ ਮਾਣੂਕੇ ਪਤਾ ਨਹੀਂ ਕੀ ਚੀਜ਼ ਆ ਜੀ। ਬੀਬੀ ਮਾਣੂਕੇ ਦਾ ਜਾਂ ਤਾਂ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਸਰਕਾਰ ਦੇ ਉੱਤੇ, ਤੇ ਜਾਂ ਬੀਬੀ ਮਾਣੂਕੇ ਦੇ ਹੱਥ 'ਚ ਕੋਈ ਕਮਜ਼ੋਰੀਆਂ ਜੀ। ਸੋ ਪਰਮਜੀਤ ਜੀ, ਸਮਾਂ ਦਿੱਤਾ, ਅਪਡੇਟ ਸਾਡੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਮੇਰੇ ਨਾਲ ਇਸ ਵੇਲੇ ਪਰਮਜੀਤ ਸਿੰਘ ਹੋਰੀ ਜੁੜੇ ਹੋਏ ਸੀ ਕੈਨੇਡਾ ਤੋਂ, ਮਾਲਕ ਨੇ ਉਸ ਕੋਠੀ ਦੇ। ਜਿੰਨੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਖੁਲਾਸੇ ਕੀਤੇ ਆ, ਉਹ ਕਿਤੇ ਨਾ ਕਿਤੇ ਅੱਖਾਂ ਅੱਡੀਆਂ ਰਹਿਣ ਵਾਲੇ ਆ, ਕਿਉਂਕਿ ਇੱਕ ਪਾਸੇ ਕਰਮ ਸਿੰਘ ਜਿਹੜਾ ਆ ਪੁਲਿਸ ਸਟੇਸ਼ਨ ਦੇ ਵਿੱਚ ਖੁਦ ਕਬੂਲਦਾ ਆ ਕਿ ਜੋ ਚੀਜ਼ ਹੋਈ ਆ ਗਲਤ ਹੋਈ ਆ, ਕੋਠੀ ਦੇ ਅਸਲ ਮਾਲਕ ਇਹ ਨੇ, ਕੋਠੀ ਦੀਆਂ ਚਾਬੀਆਂ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਨੇ। ਪਰ ਪਰਮਜੀਤ ਸਿੰਘ ਦੇ ਕਹਿਣ ਅਨੁਸਾਰ ਕਿ ਹਾਲੇ ਤੱਕ ਅਸੀਂ ਸਿਰਫ ਧੱਕੇ ਹੀ ਖਾ ਰਹੇ ਹਾਂ, ਹਾਲੇ ਤੱਕ ਸਾਡੀ ਕੋਠੀ ਸਾਡੇ ਨਾਮ ਨਹੀਂ ਹੋਈ, ਸਿਰਫ ਕੋਠੀ ਦਾ ਦਰਵਾਜ਼ਾ ਖੁੱਲਿਆ ਸਾਡੇ ਅੰਦਰ ਜਾਣ ਦੇ ਲਈ, ਸਿਰਫ ਚਾਬੀਆਂ ਸਾਨੂੰ ਮਿਲੀਆਂ, ਹਾਲੇ ਉਸ ਤੋਂ ਬਾਅਦ ਕੁਝ ਵੀ ਜਿਹੜਾ ਹੈਗਾ ਉਹ ਨਹੀਂ ਹੋਇਆ। ਕਹਿੰਦੇ ਨੇ ਕਿ ਆਮ ਆਦਮੀ ਪਾਰਟੀ, ਅਸੀਂ ਤਾਂ ਆਸ ਕਰੀ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਸੁਣੂਗੀ, ਪਰ ਸਾਡੀ ਸੁਣੀ ਜਿਹੜੀ ਆ ਉਹ ਕਹਿੰਦੇ ਨਹੀਂ ਗਈ। ਤਾਂ ਇਸ ਤੋਂ ਬਾਅਦ ਉਹ ਇਹ ਵੀ ਕਹਿੰਦੇ ਨੇ ਕਿ ਸਾਨੂੰ ਹਾਈ ਕੋਰਟ ਤੱਕ ਸ਼ਾਇਦ ਰੁੱਖ ਕਰਨਾ ਹੀ ਪੈਣਾ ਹੈ, ਜੇਕਰ ਇਸ ਤਰ੍ਹਾਂ ਦੇ ਨਾਲ ਹੀ ਗੱਲ ਠੰਡੇ ਬਸਤੇ ਪੈਂਦੀ ਰਹੀ। ਉਹ ਇੱਥੋਂ ਤੱਕ ਇਲਜ਼ਾਮ ਲਾਏ ਨੇ ਕਿ ਕਰਮ ਸਿੰਘ ਜਿਹੜਾ ਆ ਉਹ ਪੈਸੇ ਦੀ ਡਿਮਾਂਡ ਕਰ ਰਿਹਾ। ਉਹ ਕਹਿੰਦੇ ਨੇ ਕਿ ਉੜਦੀ ਉੜਦੀ ਖਬਰ ਆਈ ਹੈ ਕਿ ਕਰਮ ਸਿੰਘ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਆ ਕਿ ਜਿੰਨਾ ਪੈਸਾ ਮੇਰਾ ਲੱਗਿਆ ਉਹ ਪੈਸਾ ਮੈਨੂੰ ਮਿਲਣਾ ਚਾਹੀਦਾ, ਉਸ ਤੋਂ ਬਾਅਦ ਹੀ ਮੈਂ ਜਿਹੜਾ ਕੁਝ ਨਾ ਕੁਝ ਅੱਗੇ ਦਾ ਉਹ ਕਰੂੰਗਾ। ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ। ਆਪਣੇ ਦੋਸਤ ਜਸ ਗਰੇਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।